ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ, ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਸਾਰੇ ਲੱਗੇ ਅੰਨ ਲਾਲਚੇ, ਨਾਮ ਸਾਰੇ ਲੱਗੇ ਅੰਨ ਲਾਲਚੇ, ਲੱਗੇ ਅੰਨ ਲਾਲਚੇ, ਲੱਗੇ ਅੰਨ ਲਾਲਚੇ, ਨਾਮ ਵਿਸਾਰ ਲੱਗੇ ਅੰਨ ਲਾਲਚੇ, ਨਾਮ ਵਿਸਾਰ ਲੱਗੇ ਅੰਨ ਲਾਲਚੇ, ਬਿਰਥਾ ਜਨਮ ਪਰਾਣੀ, ਬਿਰਥਾ ਜਨਮ ਪਰਾਣੀ, ਬਿਰਥਾ ਜਨਮ ਪਰਾਣੀ, ਬਿਰਥਾ ਜਨਮ ਪਰਾਣੀ, ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ। ਅੱਜ ਅਸੀਂ ਜਿਹੜਾ ਪਿਛਲਾ ਵਿਸ਼ਾ ਸੋਹਿਆ ਸੀ, ਸੁਣੀ ਸੱਚੀ ਬਾਣੀ, ਔਰ ਅਸੀਂ ਲਈ ਆ ਰਹੇ ਹਾਂ ਸ਼ਬਦ ਉਸ 'ਤੇ ਆਨੰਦ ਸਾਹਿਬ ਵੱਡੇ ਦੀ, ਜਿੱਥੇ ਸਾਰਾ ਖਤਮ ਹੁੰਦਾ ਹੈ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਬਾਣੀ ਤੇ ਬਹੁਤ ਸਾਰੇ ਗੁਰਸਿੱਖ ਪਿਆਰ ਨਾਲ ਪੜ੍ਹਦੇ ਹੈ, ਸੁਣਦੇ ਹੈ, ਪਰ ਕਿਸੇ ਦੇ ਲੱਥੇ ਨਹੀਂ ਆਸੇ ਦਾ। ਇੰਨੀ ਬਾਣੀ ਪੜ੍ਹੀ ਜਾ ਰਹੀ, ਸੁਣੀ ਜਾ ਰਹੀ ਹੈ, ਗਾਈ ਜਾ ਰਹੀ ਹੈ, ਔਰ ਪਹਿਲਾ ਬੰਦਾ ਇੱਧਰ ਹੀ ਲੱਗਦਾ ਹੈ, ਲੇਕਿਨ ਅਸੀਂ ਸ਼ਬਦਾਂ ਦੀ ਬਣਤਰ ਦੇਖਣੀ ਹੈ। ਅੱਜ ਅਸੀਂ ਉਹ ਸ਼ਬਦ ਲੈ ਰਹੇ ਹਾਂ ਜਿਹੜਾ ਸਾਰੇ ਹੀ ਕਹਿੰਦੇ, ਦੇਖੋ ਜੀ ਅਸੀਂ ਆਏ ਹੀ ਬਾਣੀ ਸੁਣਨ ਪੜ੍ਹਨ ਨੂੰ ਹੈ, ਕਿਸੇ ਦਾ ਕੋਈ ਕਸੂਰ ਨਹੀਂ ਹੈ। ਅਸੀਂ ਇਹ ਸਮਝਿਆ ਹੀ ਨਹੀਂ ਹੈ ਵੀ ਇਹ ਜਿਹੜਾ ਸਾਡਾ ਗਿਆਨ ਹੈ, ਜਿਸ ਵੇਲੇ ਬਾਬਾ ਦੁਨੀਆ 'ਚ ਆਇਆ ਔਰ ਇਹ ਗੁਰੂ ਮਹੱਲੇ ਆਏ, ਭਗਤ ਆਏ, ਇਹ ਬਾਕੀ ਕੌਮਾਂ 'ਚ ਹੋ ਰਿਹਾ ਸੀ ਕੰਮ ਪੜ੍ਹਾਈ ਦਾ। ਕੁਰਾਨ ਸ਼ਰੀਫ ਪੜ੍ਹੀ ਜਾਂਦੇ ਸੀ, ਉਹਨੂੰ ਕੋਈ ਸਮਝ ਨਹੀਂ ਸੀ ਸਮਝਦੇ। ਆਹ 10 ਕਮੈਂਡਮੈਂਟਸ ਮੋਜ਼ਸ ਦੀਆਂ ਉਹ ਵੀ ਪੜ੍ਹੀ ਜਾਂਦੇ ਹੈ, ਆਹ ਬਾਈਬਲ ਪੜ੍ਹੀ ਜਾਂਦੇ ਹੈ, ਔਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਹੋ ਰਹੀ ਹੈ, ਮੁਬਾਰਕ ਹੈ। ਲੇਕਿਨ ਇਹ ਗਿਆਨ ਜਿਹੜਾ ਰੈਵੋਲਿਊਸ਼ਨਰੀ ਗਿਆਨ ਹੈ, ਦੁਨੀਆ ਬਾਕੀ ਜਿਹੜੀ ਲੱਗੀ ਸੀ, ਹਿੰਦੂ ਕੌਮ, ਮੁਸਲਮਾਨ ਕੌਮ, ਔਰ ਉਹ ਆਪਣੀਆਂ ਮਜ਼ਹਬੀ ਕਿਤਾਬਾਂ ਨੂੰ ਪੜ੍ਹੀ ਜਾਂਦੇ ਸੀ। ਸਾਡਾ ਗੁਰੂ ਬਾਬਾ ਆਇਆ, ਉਹਨੇ ਕਿਹਾ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਗੁਰੂ ਨਾਨਕ ਦਾ ਦੇਖੋ, ਪਹਿਲਾ ਸਾਡਾ ਔਲੀਆ ਪੈਗੰਬਰ ਔਰ ਪਹਿਲਾ ਗੁਰੂ ਬਾਬਾ ਨਾਨਕ ਕਹਿੰਦਾ ਪੜ੍ਹਨਾ, ਜੇ ਭੇਦ ਦਾ ਨਹੀਂ ਪਤਾ ਲੱਗਣਾ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਫਿਰ ਉਹ ਰੋਜ਼ ਆਸਾ ਦੀ ਵਾਰ 'ਚ ਸੁਣਦੇ ਹੋ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ। ਕਿੰਨਾ ਮਹਾਰਾਜ ਗੁਰੂ ਨਾਨਕ ਸਾਹਿਬ ਬੋਲ ਰਹੇ ਨੇ। ਉਹ ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ, ਹਉਮੈ ਝਖਣਾ ਝਾਖ। ਅਸੀਂ ਇਹਦੀ ਜਿਹੜੀ ਪਹਿਲੀ ਟੇਪ ਸ਼ੁਰੂ ਕੀਤੀ ਸੀ ਬਾਣੀ ਦੇ ਉੱਤੇ, ਵੀ ਸੱਚੀ ਬਾਣੀ, ਇਹ ਕਿਹੜੀ ਬਾਣੀ ਹੈ ਜਿਹੜੀ ਇੰਨੀ ਗਾਈ ਜਾ ਰਹੀ, ਪੜ੍ਹੀ ਜਾ ਰਹੀ, ਸੁਣੀ ਜਾ ਰਹੀ, ਪਾਠ ਹੋ ਰਹੇ, ਮੁਬਾਰਕ ਹੈ।
ਲੇਕਿਨ ਉਹ ਅਸਰ ਕਿਸੇ 'ਤੇ ਨਹੀਂ ਹੋ ਰਿਹਾ ਜੋ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਰਹਾਉ ਦੀ ਤੁਕ ਨਹੀਂ ਸਮਝਦੇ ਸ਼ਬਦ ਦੀ। ਅਸੀਂ ਪਹਿਲੀ ਤੁਕ ਜਿਹੜੇ ਤੁਹਾਡੇ ਹੱਥਾਂ 'ਚ ਸ਼ਬਦ ਹੈ, ਪੰਨਾ ਹੈ 1219 1219 1219 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ ਔਰ ਸਾਰੰਗ ਮਹੱਲਾ ਪੰਜਵਾਂ ਹੈ। ਅਸੀਂ ਤੁਹਾਡੇ ਹੱਥਾਂ 'ਚ ਸ਼ਬਦ ਦਿੱਤਾ ਹੈ ਔਰ ਹਾਈਲਾਈਟ ਵੀ ਉਹ ਲਾਈਨ ਕੀਤੀ ਹੈ ਵੀ ਸਾਰੇ ਰਹਾਉ ਦੀ ਤੁਕ ਨੂੰ ਨਹੀਂ ਸਮਝ ਸਕੇ। ਰਹਾਉ ਦੀ ਪਹਿਲੀ ਤੁਕ ਰਹਾਉ ਨਹੀਂ ਹੈ। ਰਹਾਉ ਜਿੱਥੇ ਲਿਖਿਆ ਹੈ ਉਹਦੇ ਪਹਿਲਾਂ ਦੋ ਡੰਡੀਆਂ ਹੈ, ਫਿਰ ਏਕਾ ਹੈ, ਫਿਰ ਦੋ ਡੰਡੀਆਂ ਹੈ। ਉੱਥੋਂ ਪਹਿਲੀ ਜਿਹੜੀ ਤੁਕ ਆ ਉਹ ਰਹਾਉ ਦੀ ਤੁਕ ਹੈ। ਉਹ ਕਹਿ ਰਹੀ ਹੈ ਵੀ ਤੁਸੀਂ ਪਹਿਲੀ ਜਿਹੜੀ ਤੁਕ ਹੈ ਇਹ ਸਾਰੀ ਦੁਨੀਆ ਕੰਮ ਕਰ ਰਹੀ ਸੀ, ਪਰ ਅਸੀਂ ਇੱਕ ਖਾਸ ਬਾਣੀ ਸੁਣਨ ਪੜ੍ਹਨ ਨੂੰ ਆਏ ਹਾਂ, ਕਿਉਂਕਿ ਗੁਰਸਿੱਖੀ 'ਚ ਬਾਣੀ ਇੰਨਾ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਪਤਾ ਨਹੀਂ ਹੈ ਵੀ ਸ਼ਬਦ ਦਾ ਰਹਾਉ ਦੀ ਤੁਕ ਕੀ ਹੈ। ਅਸੀਂ ਇਹਨੂੰ ਗਾ ਲੈਂਦੇ ਹਾਂ, ਆਇਓ ਸੁਣਨ ਪੜ੍ਹਨ ਕੋ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਕਿਹੜਾ ਫਿਰ ਜਿਹੜਾ ਬਾਣੀ ਨਾ ਪੜ੍ਹੇਗਾ? ਮਨਾ ਨਹੀਂ ਕੀਤੀ। ਇਹ ਰਿਲੇਟਿਵ ਗਿਆਨ ਹੈ। ਬਾਕੀਆਂ 'ਚ ਹਿੰਦੂਆਂ 'ਚ ਮੰਦਰਾਂ ਸਾਰਿਆਂ ਜਿੰਨੀ ਸੀ ਆ ਸੰਸਕ੍ਰਿਤ ਦੇ ਸ਼ਲੋਕ, ਮੁੰਡੇ ਕੁੜੀ ਦਾ ਵਿਆਹ ਹੋਵੇ ਉਹ ਬ੍ਰਹਮਣ ਓਮ ਸਵਾਹਾ ਕੀ ਕਿੰਨਾ ਕੁਛ ਪੜ੍ਹਦਾ, ਉਹਨਾਂ ਨੂੰ ਪਤਾ ਨਹੀਂ ਹੈ, ਕਿਸੇ ਦੇ ਸਮਝ ਨਹੀਂ ਹੈ। ਤਾਂ ਕਰਕੇ ਠੇਠ ਮਾਂ ਬੋਲੀ ਪੰਜਾਬੀ 'ਚ ਸਾਡੇ ਇਹ ਦਿੱਤੀ ਹੈ ਵੀ ਅਸੀਂ ਕਿਹੜੀ ਜਿਹੜੀ ਉਹ ਕੰਮ ਕਰ ਰਹੇ ਸੀ ਉਹਨੂੰ ਗਾਂ ਰਹਾਉ 'ਚ ਕੱਟਿਆ ਹੈ। ਅੱਗੇ ਜਿਹੜੀ ਰਹਾਉ ਦੀ ਤੁਕ ਦਿੱਤੀ ਹੈ ਉਹ ਸਾਡੇ ਲਈ ਹੈ। ਨਾਮ ਵਿਸਾਰੇ, ਨਾਮ ਵਿਸਾਰੇ, ਲੱਗੇ ਅਨ ਲਾਲਚੇ, ਨਾਮ ਵਿਸਾਰੇ, ਲੱਗੇ ਅਨ ਲਾਲਚੇ। ਸਾਰੀ ਸਿੱਖੀ ਨਾਮ ਜਪਣਾ ਘਟ ਗਿਆ, ਅਲੋਪ ਹੋ ਜਾ ਰਿਹਾ, ਔਰ ਆਹ ਉਤਲੀ ਤੁਕ ਸਾਰੇ ਕਮਾ ਰਹੇ ਨੇ। ਕਿਤੇ ਜੀ ਦੇਖੋ ਲਿਖਿਆ ਆਇਓ ਸੁਣਨ ਪੜ੍ਹਨ ਕੋ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਬਾਣੀ ਐਸੀ ਹੈ ਜਿਹੜਾ ਕਿ ਰਿਲੇਟਿਵ ਗਿਆਨ ਹੈ। ਬਾਕੀਆਂ ਮਜ਼ਹਬਾਂ ਨੂੰ ਪਲਟਾ ਦੇਣਾ ਸੀ ਵੀ ਤੁਸੀਂ ਪੜ੍ਹੀ ਜਾਂਦੇ ਸੀ। ਪਿਛਲੀਆਂ ਸੀਆਂ ਟੇਪਾਂ 'ਚ ਸੱਚੀ ਬਾਣੀ ਦੀਆਂ 'ਚ ਦੱਸਿਆ ਸੀ ਵੀ ਬ੍ਰਹਮਾ ਐਡਾ ਵੱਡਾ ਪਿਤਾ ਮੰਨਦੇ ਹਿੰਦੂਆਂ ਨੂੰ, ਬ੍ਰਹਮੇ ਦੇਵਤੇ ਨੂੰ, ਬ੍ਰਹਮਾ ਨੂੰ। ਮਹਾਰਾਜ ਦੀ ਇੱਕ ਲਾਈਨ ਹੀ ਕੱਟ ਰਹੀ ਸਿੱਧੀ ਪੰਜਾਬੀ 'ਚ। ਆ ਸਾਡੀ ਸਾਰਾ ਗਿਆਨ ਸੰਸਕ੍ਰਿਤ 'ਚ ਨਹੀਂ ਹੈ, ਨਾ ਪਸ਼ਤੋ 'ਚ ਹੈ ਵੀ ਜਿਹੜਾ ਸਿੱਖਾਂ ਨੂੰ ਸਮਝ ਨਹੀਂ ਆਉਂਦਾ। ਲੇਕਿਨ ਐਂਗਲ ਨਹੀਂ ਹੈ ਸਿੱਖਾਂ ਦਾ ਵੀ ਅਸੀਂ ਇਹ 'ਚ ਦੇਖੀਏ ਕਾਹਦੇ ਲਈ, ਕਿਹੜੀ ਚੀਜ਼ ਰਿਜੈਕਟਡ ਹੈ, ਕਿਹੜੀ ਕੰਮ ਕਰਨ ਵਾਲੀ ਹੈ, ਕੀ ਅਸੀਂ ਕਰਨਾ ਹੈ। ਬਾਣੀ ਵੱਧਦੀ ਜਾਂਦੀ, ਪੜ੍ਹਨੇ ਪਾਠ ਨਿਤਨੇਮ ਸਾਰਾ ਜਿੰਨੇ ਖੰਡ ਪਾਠ ਸਾਰੇ, ਨਾਮ ਕੋਈ ਨਹੀਂ ਜਪ ਰਿਹਾ, ਕਿਉਂਕਿ ਲਿਖਿਆ ਰਹਾਉ 'ਚ ਨਾਮ ਵਿਸਾਰੇ, ਵਿਸਾਰ ਕੇ ਸਾਫ ਲਿਖਿਆ ਨਾਮ ਵਿਸਾਰੇ, ਲੱਗੇ ਅਨ ਲਾਲਚੇ, ਨਾਮ ਵਿਸਾਰੇ, ਲੱਗੇ ਅਨ ਲਾਲਚੇ। ਲਾਲਚ ਉਰਦੂ ਦਾ ਲਫ਼ਜ਼ ਹੈ। ਸਾਡਾ ਜਿਹੜਾ ਰਿਸ਼ੀ ਮੁਨੀਆਂ ਦਾ ਲਫ਼ਜ਼ ਹੈ ਸਾਡੇ ਬ੍ਰਹਮ ਗਿਆਨ ਦਾ, ਉਹ ਹੈ ਲੋਭ। ਪਹਿਲਾ ਦੁਸ਼ਮਣ ਸਾਡਾ ਕਾਮ ਹੈ, ਦੂਸਰਾ ਕ੍ਰੋਧ ਹੈ ਪੰਜਾਂ ਦੁਸ਼ਮਣਾਂ 'ਚੋਂ, ਤੀਸਰਾ ਨੰਬਰ ਇਸ ਲਾਲਚ ਦਾ ਹੈ ਜਿਹਨੂੰ ਅੰਗਰੇਜ਼ੀ 'ਚ ਗਰੀਡ ਕਿਹਾ ਹੈ, ਲਾਲਚ ਕਿਹਾ ਉਰਦੂ 'ਚ, ਔਰ ਸਾਡੇ ਲੋਭ ਕਿਹਾ ਐਡਾ ਵੱਡਾ ਦੁਸ਼ਮਣ ਹੈ ਤੀਸਰਾ। ਸਾਡਾ ਲਾਲਚ ਨਹੀਂ ਮੁੱਕਦਾ ਬਾਣੀ ਪੜ੍ਹਨ ਦਾ, ਸਾਡਾ ਲਾਲਚ ਨਹੀਂ ਮੁੱਕਦਾ ਕਾਮ ਦਾ ਨਾਲ ਨਾ ਜਿੱਦਾਂ ਹੀ ਆ ਵੀ ਚੀਜ਼ਾਂ ਸਾਡਾ ਲਾਲਚ ਨਾਮ ਵਸਾਰ ਕੇ ਆਉਂਦਾ ਹੈ ਅੰਦਰ।
ਤੁਸੀਂ ਨਾਮ ਜਪਣ ਬੈਠੋਗੇ ਜਾਂ ਬਾਣੀ ਪੜ੍ਹਨ ਪਾਓਗੇ, ਤੁਹਾਨੂੰ ਕੋਈ ਨਾ ਕੋਈ ਲਾਲਚ ਦਾ ਖਿਆਲ ਅੰਦਰ ਆਉਂਦੇ ਛੂ ਯਾਰਾ ਕੰਮ ਰਹਿ ਗਿਆ, ਔਰ ਸਭ ਤੋਂ ਜ਼ਿਆਦਾ ਉਦੋਂ ਆਉਣਗੇ ਸਾਰੇ। ਬਾਣੀ ਪਾਠ ਕਰ ਰਹੇ ਹੋ, ਸਾਰਾ ਕੁਝ ਲਾਲਚ ਹੋ, ਯਾਰ ਉਹ ਫਲਾਣਾ ਕਿਤੇ ਉਹ ਬਿੱਲ ਦੇਣ ਵਾਲਾ ਰਹਿ ਗਿਆ, ਫਲਾਣਾ ਕਿਤੇ ਮੈਨੂੰ ਘਾਟਾ ਨਾ ਪੈ ਜਾਏ, ਫਲਾਣਾ ਲਾਲਚ। ਲੇਕਿਨ ਇਹ ਅਸੀਂ ਗ੍ਰਸਤੀ ਹਾਂ, ਕਿਰਤੀ ਹਾਂ, ਸਾਰੇ ਕੰਮ ਕਰਦੇ ਹੋਏ ਕਰਨੇ, ਪਰ ਵਿਚਾਰਾਂ 'ਤੇ ਆਪਣੇ 'ਤੇ ਸਵਾਰੀ ਕਰਨੀ ਹੈ ਕਿ ਸਾਨੂੰ ਨਾਮ ਤੋਂ ਬਗੈਰ ਸੁਣੇ ਬੈਠੇ ਹਾਂ, ਜੇ ਬਾਣੀ ਵੀ ਪੜ੍ਹਦੇ ਹਾਂ, ਬਾਣੀ ਦਾ ਕੋਈ ਦੂਸਰਾ ਲਾਲਚ ਨਾ ਦੁਨੀਆ 'ਚ ਆਵੇ। ਇਸ ਕਰਕੇ ਲਾਲਚ ਤੀਸਰਾ ਦੁਸ਼ਮਣ ਹੈ। ਅਸੀਂ ਲਾਲਚ ਤਾਂ ਲੱਗਦੇ ਹਾਂ ਵੀ ਐਡਾ ਵੱਡਾ ਇੰਗਲੈਂਡ ਦਾ ਸ਼ੇਕਸਪੀਅਰ, ਉਹ ਐਡਾ ਵੱਡਾ ਬੰਦਾ ਹੋਇਆ। ਸ਼ੇਕਸਪੀਅਰ ਲਿਖਦਾ, ਦੇਰ ਇਜ਼ ਨਥਿੰਗ ਗੁੱਡ ਐਂਡ ਬੈਡ, ਥਿੰਕਿੰਗ ਮੇਕਸ ਇਟ ਸੋ। ਦੁਨੀਆ 'ਚ ਕੋਈ ਭੈੜੀ ਜਾਂ ਮੰਦੀ ਚੀਜ਼ ਨਹੀਂ ਹੈ, ਅਸੀਂ ਆਪਣੇ ਵਿਚਾਰਾਂ ਨਾਲ ਬਣਾਉਂਦੇ ਹਨ। ਜੋ ਵਿਚਾਰ ਉੱਠਦੇ ਹੈ, ਥਿੰਕਿੰਗ ਮੇਕਸ ਇਟ ਸੋ। ਸਾਡਾ ਸਭ ਤੋਂ ਜ਼ਿਆਦਾ ਜ਼ੋਰ ਸਾਰੀ ਬਾਣੀ ਦਾ ਵੀ ਆਪਣੇ ਵਿਚਾਰਾਂ 'ਤੇ ਕਾਬੂ ਕਰ, ਮਨ 'ਤੇ ਕਾਬੂ ਕਰ। ਇਹਦੇ 'ਚ ਲਾਲਚ ਦੇ ਵਿਚਾਰ ਨਾਲ ਲਹਿਰਾਂ ਨਾ ਉੱਠਣ ਉਸ ਵੇਲੇ। ਇਸ ਕਰਕੇ ਨਾਮ ਵਿਸਾਰ ਲੱਗੇ ਹਨ ਲਾਲਚ। ਕਬੀਰ ਸਾਹਿਬ ਤੇ ਕਾਮਲੀ ਕਹਿੰਦੇ ਉਹ ਕੋਈ ਘੜੇ ਘੋੜੇ ਦੀ ਸਵਾਰੀ ਨਾ ਕਰ ਜਾਵੇ, ਹਮ ਬਾਕੀ ਸਵਾਰੀਆਂ ਆ ਸਵਾਰੀ ਕਰ, ਆਪਣੇ ਵਿਚਾਰੇ ਅਸਵਾਰੀ ਕੀ ਜੈ, ਆਪਣੇ ਵਿਚਾਰੇ ਅਸਵਾਰੀ ਕੀ ਜੈ। ਇਹ ਹੈ ਸਹਿਜ ਅਵਸਥਾ ਤੱਕ ਅਸੀਂ ਪਹੁੰਚਣਾ ਹੈ। ਉਹਦੇ ਪਹਿਲੇ ਸਟੈਪ 'ਤੇ ਅਸੀਂ ਪੈਰ ਰੱਖਣਾ। ਸਹਿਜ ਕੇ ਪਾਵੜੇ ਪੱਗ ਧਰ ਲੀਜੈ, ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਪੱਗ ਕਹਿੰਦੇ ਪੈਰ ਨੂੰ, ਸਹਿਜ ਦਾ ਪੌੜਾ 4 ਪੌੜੇ ਹੈ, ਚੌਥੇ ਪਦ ਮੇਂ ਸਹਿਜ ਹੈ, ਔਰ ਚੌਥੀਆਂ 4 ਹੀ ਲਾਵਾਂ ਹੈ, 4 ਹੀ 10 ਹੀ ਅਖੀਰਲੀ। ਸਹਿਜ ਤੱਕ ਕਿੱਦਾਂ ਪਹੁੰਚੀਏ? ਪਹਿਲਾ ਸਟੈਪ ਕੀ ਹੈ ਵੀ ਆਪਣੇ ਮਨ ਨੂੰ ਡੱਕ ਡੱਕ ਕਰਾ ਖੇਡ 'ਚ ਲਹਿਰਾਂ ਵਿਚਾਰਾਂ ਦੀ ਨਾ ਉੱਠਣ। ਕਬੀਰ ਸਾਹਿਬ ਕਹਿੰਦੇ ਆਪਣੇ ਵਿਚਾਰੇ ਅਸਵਾਰੀ ਕੀ ਜੈ, ਸਹਿਜ ਕੇ ਪਾਵੜੇ ਪੱਗ ਧਰ ਲੀਜੈ, ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਕਬੀਰ ਸਾਹਿਬ ਕਹਿੰਦਾ ਤੂੰ ਲਹਿਰਾਂ ਰੋਕ ਆਪਣੀਆਂ ਅੰਦਰ ਉਸ ਵੇਲੇ ਨਾਮ ਜਪਣ ਵੇਲੇ ਜਾਂ ਬਾਣੀ ਪੜ੍ਹਨ ਵੇਲੇ ਵੀ ਤੇਰੀ ਲਹਿਰ ਲਾਲਚ 'ਚ ਨਾ ਜਾਵੇ, ਗਰੀਡ 'ਚ ਨਾ ਜਾਵੇ, ਲੋਭ 'ਚ ਨਾ ਜਾਵੇ। ਔਰ ਤੈਨੂੰ ਕੀ ਕਹਿਣਾ, ਮਨ ਨੂੰ ਸਮਝਾ ਰਿਹਾ, ਚੱਲ ਰੇ ਬੈਕੁੰਠ ਤੁਝੇ ਲੇਤਾਰੋ, ਚੱਲ ਰੇ ਬੈਕੁੰਠ ਤੁਝੇ ਲੇਤਾਰੋ। ਕਬੀਰ ਸਾਹਿਬ ਕਹਿੰਦੇ ਰਹਾਉ ਦੀ ਤੁਕ ਹੈ, ਤੈਨੂੰ ਮੈਂ ਕਿੱਥੇ ਜਾ ਕੇ ਲਾਵਾਂਗਾ ਜੇ ਤੂੰ ਆਪਣੇ ਵਿਚਾਰਾਂ ਦੀ ਸਵਾਰੀ ਦੀ ਘੋੜੀ 'ਤੇ ਚੜ੍ਹੇ। ਆਪਣੇ ਵਿਚਾਰ ਅੰਦਰ, ਕਿਉਂਕਿ ਮਨ ਨਾਲ ਚੜ੍ਹਾਈ ਕਰਨੀ ਆ। ਮਨ ਚੜ੍ਹਿਆ 10ਵੇਂ ਆਕਾਸ਼, ਜਿੱਥੇ ਊਂਘ ਨਾ ਭੁੱਖ ਹੈ, ਮਨ ਦੀ ਅੰਦਰ ਚੜ੍ਹਾਈ ਹੋਣੀ ਹੈ। ਲੇਕਿਨ ਜਦੋਂ ਸਾਨੂੰ ਲਾਲਚ ਦੀਆਂ ਲਹਿਰਾਂ ਅੰਦਰ, ਲਾਲਚ ਗਰੀਡ ਨਹੀਂ ਮੁੱਕਦਾ, ਉਹ ਨਾਮ ਭੁੱਲ ਜਾਂਦਾ, ਵਿਚਾਰ ਸਾਡੇ ਉੱਧਰ ਚਲੇ ਜਾਂਦੇ ਹੈ। ਇਸ ਕਰਕੇ ਚੱਲ ਰਹੇ ਬੈਕੁੰਠ ਤੁਝੇ ਲੇਤਾਰੋ। ਰਾਹ 'ਚ ਇੱਕ ਪੜਾਅ ਆਉਂਦਾ ਬੈਕੁੰਠ ਦਾ, ਕਹਿੰਦਾ ਤੈਨੂੰ ਉੱਥੇ ਜਾ ਕੇ ਸਾਹ ਦਵਾਊਂ। ਉਸ ਵਿਚਾਰਾਂ ਦੇ ਘੋੜੇ 'ਤੇ ਚੜ੍ਹੇ, ਆਪਣੇ ਮਨ ਨੂੰ ਰੋਕ ਕੇ ਕਹਿੰਦੇ ਚੱਲ ਰਹੇ ਬੈਕੁੰਠ ਤੁਝੇ ਲੇਤਾਰੋ। ਔਰ ਆਪਣੇ ਮਨ ਨੂੰ ਕਹਿੰਦੇ ਜੇ ਰਾਹ 'ਚ ਤੂੰ ਅੜੀ ਕੀਤੀ ਨਾ, ਤੈਨੂੰ ਮੈਂ ਫਿਰ ਚਾਬਕ ਵੀ ਮਾਰਾਂਗਾ। ਘੋੜੀ ਅੜੀਅਲ ਹੋਵੇ, ਘੋੜੀ ਅੜੀਅਲ ਹੋਵੇ, ਉਹਦੇ ਉੱਤੇ ਸਵਾਰ ਚੜ੍ਹਿਆ ਹੋਵੇ, ਜੋ ਅੜੀ ਕਰੇ ਤੋ ਆਪਣੇ ਉਹਦੇ
ਕਹਿੰਦਾ ਮੈਂ ਤੈਨੂੰ ਚਾਬਕ ਮਾਰਾਂਗਾ, ਪਰ ਪ੍ਰੇਮ ਦੇ ਚਾਬਕ ਮਾਰਾਂਗਾ, ਮਤਲਬ ਮੈਂ ਪ੍ਰੇਮ ਨਾਲ ਹੋਰ ਨਾਮ ਜਪੂੰਗਾ। ਜੇ ਤੂੰ ਅੜੀ ਕੀਤੀ ਚੱਲ ਰਹੇ ਬੈਕੁੰਠ ਤੁਝੇ ਲੈ ਤਾਰੋ। ਹਿਚੇ ਕਹਿੰਦੇ ਅੜੀ ਕਰਨ ਨੂੰ, ਹਿਚ ਹੈ ਤਾਂ ਪ੍ਰੇਮ ਕੇ ਚਾਬਕ ਮਾਰੋ। ਹੁਣ ਇਹੋ ਜਿਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹੋਵੇ ਔਰ ਉਹਦਾ ਖੰਡ ਪਾਠ ਹੋ ਰਿਹਾ, ਕੋਈ ਬੰਦਾ ਹੋਸ਼ਮੰਦ ਜੀ ਇਨਸਾਨ ਕਹਿ ਸਕਦਾ ਹੈ ਵੀ ਐਡਾ ਮਹਿੰਗਾ ਗਿਆਨ, ਐਡੀ ਸਾਰੀ ਚੀਜ਼, ਉਹਨੂੰ ਹੌਲੀ ਹੌਲੀ ਪੜ੍ਹੋ, ਖੰਡ ਪਾਠ ਕਰੋ, ਪਹਿਲਾਂ ਤਾਂ ਠੇਕੇਦਾਰ ਨਾ ਕਰਾਓ, ਆਪ ਕਰੋ, ਔਰ ਫਿਰ ਉਹਦਾ ਭੋਗ ਦੀ ਲਿਮਟ ਨਾ ਰੱਖੋ, ਭਾਵੇਂ ਸਾਲ ਬਾਅਦ ਭੋਗ ਪਾਓ। ਬਾਣੀ ਹੈ, ਜੇ ਤੁਸੀਂ ਕਹਿੰਦੇ ਅਸੀਂ ਸੁਣਨ ਪੜ੍ਹਨ ਕੋ ਬਾਣੀ, ਉਹ ਬਾਣੀ ਦੀ ਬੇਅਦਬੀ ਹੈ ਵੀ ਉਹਨੂੰ ਦਬਦਾ, ਕਿਉਂਕਿ ਪਤਾ ਹੋ ਕੀ ਰਿਹਾ ਹੈ। ਅਸੀਂ ਹੁਣ ਤੁਕਾਂ ਕੱਢੀ ਆ ਰਹੇ ਹਾਂ ਜਿਹਦੇ ਨਾਲ ਕੰਬ ਉੱਠੀ ਹੈ ਸਿੱਖੀ, ਵੀ ਵੇਦ ਕਤੇਬ ਕਹੋ ਮਤ ਝੂਠੇ, ਕਿਸੇ ਦੇ ਵੇਦ ਕਤੇਬ ਨਾ ਨਿੰਦੋ ਵੀ ਉਹ ਝੂਠੇ ਨਾ। ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਡਾ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਬਾਣੀ ਦੀ ਤੋਂ ਕਿੱਥੇ ਲੈ ਜਾਓਗੇ? ਇਸ ਕਰਕੇ ਝੂਠੇ ਅਸੀਂ हैं ਜਿਹੜੇ ਕਿ ਅਸੀਂ ਰਾਮ ਨਾ ਬਾਣੀ ਦਾ ਅਦਬ ਕਰਕੇ ਉਹ 'ਚ ਕੋਈ ਲੱਭਦੇ ਨਹੀਂ। ਪੜ੍ਹਿਆ ਬਾਬਾ ਬਥੇਰਾ ਕਹਿ ਰਿਹਾ, ਸਮਝੇ ਸੂਝੇ ਪੜ੍ਹ ਪੜ੍ਹ ਬੂਝੇ, ਅੰਤ ਨਿਰੰਤਰੇ ਸੱਚ, ਪੜ੍ਹਿਆ ਨਾ ਹੀ ਭੇਦ ਬੁਝਿਆ। ਹਰ ਕੌਣ ਪਰਵਾਹ ਕਰਦਾ? ਕਿਉਂਕਿ ਕਿਸੇ ਨੇ ਇਹ ਗੱਲ ਕਹਿਤੀ, ਉਹਨੂੰ ਅਗਲੀ ਵਾਰੀ ਸਟੇਜ 'ਤੇ ਨਹੀਂ ਆਉਣ ਦੇਣਾ, ਸਾਨੂੰ ਕੋਈ ਰੋਕ ਨਹੀਂ ਸਕਦਾ। ਬਾਣੀ ਦੀ ਸੱਚਾਈ ਇਹ ਹੈ, ਪਿਛਲੇ ਸਿੰਘਾਂ ਦਾ ਜੀਵਨ, ਪਿਛਲਾ ਸਾਡਾ ਗੁਰੂਆਂ ਦਾ ਜੀਵਨ ਸਾਰਾ ਇਸੇ ਕਰਕੇ ਸੀ ਵੀ ਉਹ ਨਾਮ ਦੀ ਕਮਾਈ ਕਰਦੇ ਸੀ ਜ਼ਿਆਦਾ। ਬਾਣੀ ਹੈ ਸਾਰਿਆਂ ਲਈ ਬਣੀ ਹੈ, ਲੇਕਿਨ ਜਿਹੜਾ ਵਿਚਾ ਹੁਣ ਲਾਲਚ ਆ ਰਿਹਾ ਹੈ, ਲਾਲਚ ਦੇ ਜਿਹੜੇ ਖਿਆਲ ਹੈ ਉਹਨੂੰ ਹੋਰ ਪ੍ਰੇਮ ਨਾਲ ਨਾਮ ਜਪ। ਤੇ ਉਹ ਕਹਿੰਦਾ ਮੈਂ ਤੈਨੂੰ ਉੱਥੇ ਜਾ ਕੇ ਸਾਹ ਦਵਾਉਂਗਾ ਜਿੱਥੇ ਬੈਕੁੰਠ ਹੈ। ਚੱਲ ਰਹੇ है ता प्रेम के चाबक मारो। वाहिगुरु 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 हे हिच है ता प्रेम के चाबक मारो। चल रहे बैकुंठ तुझे अपने विचारे असवारी की जय। कहत कबीर भले असवारा, कहत कबीर भले असवारा। वेद कतेब ते रहे निरारा। आवे खालसा सो जो रहे निरारा, आ निरारा पुना है। ਜਿਹੜਾ ਨਰਾਰਾ ਅਸੀਂ ਬਣਨੇ ਹੈ, ਪੁਰਾਤਨ ਸਿੰਘ ਗੁਰੂ ਪਦਵੀਆਂ ਭਗਤ ਇੱਦਾਂ ਬਾਕੀ ਕੰਮਾਂ ਨਾਲੋਂ ਨਰਾਲੇ ਸੀ। ਕੀ ਸੀ? ਕਹਿਤ ਕਬੀਰ ਭਲੇ ਆਸਵਾਰਾ, ਕਹਿਤ ਕਬੀਰ ਭਲੇ ਆਸਵਾਰਾ। ਇੰਨੀਆਂ ਰਿਲੀਜੀਅਸ ਬੁੱਕਾਂ ਪੜ੍ਹੀ ਚੱਲ, ਸਭ ਕੁਛ ਕਰੀ ਚੱਲ, ਪਰ ਜਿਨ ਚੱਕਰ ਤੂੰ ਆ ਰਹਾ ਉਹਦੀ ਤੁਕ ਨਹੀਂ ਕਮਾਉਂਦਾ, ਤੇਰਾ ਮਨ ਤੇਰੇ ਵੱਸ ਨਹੀਂ ਆਉਣਾ। ਕਹਿਤ ਕਬੀਰ ਭਲੇ ਆਸਵਾਰਾ। ਕਾਹਦੇ? ਆਪਣੇ ਵਿਚਾਰ ਅਸਵਾਰੀ ਕੀ ਜੈ। ਇਹ ਚੱਲ ਰੇ बैकुंठ तुझे ले तारो।
ਹੋਈਆ ਤੋ ਕਹਿ ਰਹਾਉ ਦੀ ਨਾਮ ਵਿਸਾਰੇ ਲੱਗੇ ਅਨ ਲਾਲਚੇ ਨਾਮ ਵਿਸਾਰੇ ਲੱਗੇ ਅਨ ਲਾਲਚੇ ਇਹ ਬਿਰਥਾ ਜਨਮ ਪਰਾਣੀ ਬਿਰਥਾ ਜਨਮ ਪਰਾਣੀ। ਆਓ ਐਡਾ ਸ਼ਬਦ ਸੁੰਦਰ ਤੁਹਾਡੇ ਹੱਥਾਂ 'ਚ ਹੈ, ਪਿੱਛੇ ਦਰਸ਼ਨ ਕਰੋ। ਜਿੱਥੇ ਤੋੜੇ ਦੀ ਤੁਕ ਆਉਂਦੀ ਅਖੀਰਲੀ ਦੂਆ 56 ਦੋ ਡੰਡੀਆਂ ਫੇਰ 79 79। ਹਿੰਸੇ ਦੇਖਿਆ ਕਰੋ ਗੁਰੂ ਅਰਜਨ ਸਾਹਿਬ ਦੀ ਮਿਹਨਤ ਕਿੰਨੀ ਮੁਸ਼ਕਲ ਨਾਲ ਐਡਿਟ ਕਰਕੇ ਸਿੱਕਾ ਬੰਦ ਕਰ ਦਿੱਤੇ ਸਾਡੇ ਲਈ ਸ਼ਬਦ। ਇਹ ਦੋਵਾਂ ਪਦੀਆਂ ਦਾ, ਦੋਵਾਂ ਸਟੈਂਡਿਆਂ ਦਾ, ਦੋਵਾਂ ਐਸੀ ਗੀਤ ਹੈ, ਦੋਵਾਂ ਬੰਦਾਂ ਦਾ ਗੀਤ ਹੈ। ਔਰ 56ਵਾਂ ਗੀਤ ਇਸੇ ਸਟਾਈਲ ਦਾ ਹੈ। ਔਰ 79ਵਾਂ ਜਿੱਥੋਂ ਤੋਂ ਇਹ ਰਾਗ ਸਾਰੰਗ ਚੱਲਦਾ, ਉੱਥੋਂ ਮਹਲਾ ਪੰਜਵਾਂ। ਕੀ ਮਜਾਲ ਕੋਈ ਇੱਕ ਤੁਕ ਵੀ ਇਹ ਚਲਾ ਜਾਂਦੇ ਗੁਰੂ ਘਰ ਦੇ ਵੈਰੀ। ਤਾਂ ਇਹ ਸਾਡੇ ਕੋਲ ਬਾਈਬਲ ਬਾਅਦ 'ਚ ਬਣਿਆ, ਕੁਰਾਨ ਸ਼ਰੀਫ ਬਾਅਦ 'ਚ ਬਣਿਆ, ਸਾਰੀਆਂ ਦੁਨੀਆ ਦੀਆਂ ਮਜ਼ਹਬਾਂ ਪਰ ਮੁਬਾਰਕ ਹੈ। ਸਾਨੂੰ ਹੁਕਮ ਹੈ ਬਾਣੀ ਦਾ, ਵੇਦ ਕਿਤੇਬ ਕਹੋ ਮਤ ਝੂਠੇ, ਪਰ ਝੂਠਾ ਜੋ ਨਾ ਵਿਚਾਰੇ। ਪਤਾ ਤੋਂ ਕਿੱਥੇ ਆਈ ਹੈ? ਮੁਸਲਮਾਨਾਂ 'ਤੇ ਤੋਕ ਆਈ ਔਰ ਸਾਡੇ ਸਿੱਖਾਂ 'ਤੇ ਆਈ ਹੈ ਜੋ ਮਾਸ ਖਾਂਦੇ ਹੈ। ਸਾਨੂੰ ਕਹਿੰਦੇ ਕਿੱਥੇ ਲਿਖਿਆ ਮਾਸ ਖਾਣਾ? ਅਸੀਂ ਕਿਹਾ ਕਦੀ ਆਪਣੀ ਸਟੱਡੀ ਵੀ ਕੀਤੀ ਹੈ? ਵੇਦ ਕਿਤੇਬ ਕਹੋ ਮਤ ਝੂਠੇ। ਉਸ ਮੁੱਲਾ ਨੂੰ ਜਿਹੜਾ ਮੁਰਗੀ ਮਾਰਦਾ ਸੀ, ਰਗਾਂ ਵੱਢਦਾ ਸੀ ਮੁਰਗੀਆਂ ਦੀਆਂ ਜੀਆਂ ਦੀਆਂ, ਉਹਦੇ ਲਈ ਇਹ ਸ਼ਬਦ ਆਇਆ ਹੈ। ਵੇਦ ਕਿਤੇਬ ਕਹੋ ਮਤ ਝੂਠੇ, ਹੈ ਮੁੱਲਾ ਝੂਠਾ ਜੋ ਨਾ ਤੂੰ ਆਪਣਾ ਕੁਰਾਨ ਸ਼ਰੀਫ ਵਾਚਿਆ ਨਹੀਂ ਹੈ। ਕੁਰਾਨ ਸ਼ਰੀਫ 'ਚ ਲਿਖਿਆ ਮੁੱਲਾ को करो अन्याय खुदाई, जो सब में एक खुदाई कहता तो क्यों मुर्गी मारे। झूठा जो ना विचारे, क्योंकि मुल्ला विचारदा नहीं सी, कुरान शरीफ नूं पढ़ी जांदा सी, विच ते लिखे आ भी जो सब सारिਆਂ 'ਚ खुदा है। और साडी बाणी 'ਚ लिखे जियां कोहत ना संगे प्राणी। गुरु अर्जन पातशाह ਜੇ ਤੈਨੂੰ ਕਿਸੇ ਨੂੰ ਜਵਾਲਣ ਦਾ ਹੱਕ ਨਹੀਂ, ਕਿਸੇ ਜੀਵ ਨੂੰ ਮਾਰਨ ਦਾ ਵੀ ਹੱਕ ਨਹੀਂ ਹੈ ਤੈਨੂੰ। ਕਿਉਂਕਿ ਤੋ ਕਹਿੰਦੀ ਹਰ ਬਿਨ ਕੋਈ ਮਾਰ ਜੀਵਾਲ ਨਾ ਸਾਕੇ, ਤਾਂ ਤੇ ਨਿਸੜ ਹੋਏ ਰਹੀਏ ਟੰਗ ਧਾਰ। ਜਿੱਦਾਂ ਲੱਤ ਦੇ ਲੱਤ ਚਾੜ ਕੇ ਬੰਦਾ ਨਿਸੜ ਹੋ ਕੇ ਪੈ ਜਾਂਦਾ। ਯਾਰ ਮੈਨੂੰ ਕਹੇ ਜਿਹੜਾ ਮਾਰਨਾ ਤੇ ਉਹਨੇ ਮਤਲਬ ਉਹਦੇ ਹੱਥ 'ਚ ਹੈ ਜਾਨ। ਅੱਜ ਕੱਲ੍ਹ ਸਾਰੀ ਦੁਨੀਆ 'ਚੋਂ ਵੱਧ ਹਿੰਦੁਸਤਾਨ ਔਰ ਪੰਜਾਬ 'ਚ ਵੱਧ ਲੜਕੀਆਂ ਮਾਰੀ ਜਾ ਰਹੀਆਂ ਅੰਦਰ। ਸੂਈ ਲਾ ਕੇ ਉਹਦਾ ਹਾਰਟ ਵਿਚਾਰੀ ਦਾ ਬੰਦ ਕਰ ਦਿੱਤਾ ਜਾਂਦਾ ਵੀ ਸਾਨੂੰ ਕੁੜੀ ਨਹੀਂ ਚਾਹੀਦੀ। ਅਸੀਂ ਉਹ ਫਿਲਮ ਵੀ ਲਿਆ ਰਹੇ ਹਾਂ, ਨਾਲ ਟੇਪਾਂ ਕੱਢ ਰਹੇ ਹਾਂ। ਉਹ ਇਸ ਪਾਪ ਤੋਂ ਡਰੋ, ਤੁਹਾਨੂੰ ਨਹੀਂ ਹੱਕ ਕਿਸੇ ਨੂੰ ਮਾਰਨ ਦਾ, ਨਾ ਜੀ ਦੇਣ ਦਾ। ਇਹ ਜਿਹੜਾ ਤੁਸੀਂ ਉਹ ਵਿਚਾਰੇ ਅੰਦਰ, ਅਸੀਂ ਨਾਲ ਫੋਟੋ ਲਿਆ ਰਹੇ ਹਾਂ ਫਿਲਮਾਂ 'ਚ ਵੀ ਉਹ ਸੂਈ ਲਾਉਂਦੇ ਜਦੋਂ ਉਹਨਾਂ ਨੇ ਹਾਰਟ ਦੇ ਵਿੱਚ ਜ਼ਹਿਰ ਭਰਨਾ ਹੁੰਦਾ ਵੀ ਇਹਦਾ ਹਾਰਟ ਬੰਦ ਹੋ ਜੇ ਬੱਚੇ ਦਾ। ਉਹ ਬਾਕੀ ਤਰੀਕੇ ਪਹਿਲਾਂ ਥੋੜ੍ਹੇ ਲਿਖੇ, ਤੁਸੀਂ ਉਹ ਅਪਣਾਓ। ਜਦੋਂ ਉਹ 'ਚ ਜੀ ਆ ਗਿਆ, ਉਹਦਾ ਹਾਰਟ ਕੰਮ ਕਰਨ ਲੱਗ ਪਿਆ, ਤੁਸੀਂ ਜੀਵ ਹੱਤਿਆ ਕਰਦੇ ਹੋ। ਉਹ ਬੱਚਾ ਅੱਗੇ ਅੱਗੇ ਦੌੜਦਾ, ਉਹ ਸੂਈ ਲਿਆਉਂਦੇ, ਡਾਕਟਰ ਕਹਿੰਦੇ ਅਸੀਂ ਰੋਂਦੇ ਹਾਂ, ਅਸੀਂ ਨਾ ਕਰੀਏ। ਤੇ ਉਹ ਜਿਹੜੇ ਕਰਾਉਣ ਵਾਲੇ ਆਉਂਦੇ ਆ, ਸਾਰਾ ਸਭ ਤੋਂ ਜ਼ਿਆਦਾ ਕੁੜੀਆਂ ਦੀ ਤਾਦਾਦ ਘੱਟ ਰਹੀ ਪੰਜਾਬ 'ਚ। ਇਸੇ ਕਰਕੇ ਹੋ ਰਿਹਾ ਵੀ ਅਸੀਂ ਜੀਆ ਘਾਤ ਤੋਂ ਡਰਦੇ ਨਹੀਂ ਹੈ। ਉਹ ਹੈ ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, जो सब में एक खुदाए कहत है तो क्यों मुर्गी मारे। ਅਸੀਂ ਅਨੇਕ ਪ੍ਰਮਾਣ ਦੇ ਰਹੇ ਹਾਂ। ਨਾਲ ਭਾਈ ਹੁਣ ਤੇ ਡਾਕਟਰਾਂ ਨਾਲ ਵੀ ਉੱਧਰਲੇ ਮੁਲਕ ਵੀ ਵੈਜੀਟੇਰੀਅਨ ਬਣ ਰਹੇ ਨੇ। ਵੀ ਬਿਲੋਂਗ ਟੂ ਕਾਓ ਫੈਮਿਲੀ। ਅਸੀਂ ਵੈਜੀਟੇਬਲ ਖਾਣ ਵਾਲੇ ਲਈ ਪਏ। ਸਾਡੇ ਮਿਹਦੇ 'ਚ ਉਹ ਐਸਿਡ ਨਹੀਂ ਯੂਜ਼ ਆਊਟ ਹੁੰਦਾ ਜੋ ਸ਼ੇਰ, ਅਕਾਬ ਜਾਂ ਮਾਸ ਖਾਣ ਵਾਲੇ ਜਾਨਵਰਾਂ 'ਚ ਹੁੰਦਾ ਹੈ। ਅਸੀਂ ਹੋਰ ਬੰਤਨ ਦਾ ਸਾਰੀ ਦੁਨੀਆ ਮੰਨਦੀ ਹੈ, ਲੇਕਿਨ ਹਾਲਾਂਕਿ ਸਾਡੀ ਬਾਣੀ 'ਚ ਇੰਨਾ ਲਿਖਿਆ। ਉਹ ਕਹਿੰਦੇ ਜੀ ਕਿੱਥੇ ਲਿਖਿਆ ਬਾਣੀ 'ਚ?
ਇਸ ਕਰਕੇ ਅਸੀਂ ਕਿਉਂ ਮਤਲਬ ਕਿੰਨੇ ਕੁ ਪ੍ਰਮਾਣ ਦਈ ਆ, ਲੇਕਿਨ ਅੱਜ ਅਸੀਂ ਇੱਕ ਖਾਸ ਮਸਲੇ ਵਾਲ ਆ ਰਹੇ ਹਾਂ। ਉਹ ਕਾਹਦੇ ਨਾਲ ਨਾ ਉਹ ਕਾਹਦੇ ਨੇ ਕਰਦੇ? ਖਾਣ ਦੇ ਲਾਲਚ ਨਾਲ, ਜੀਵ ਦੀ ਸਵਾਦ ਲਈ ਵੀ ਹੋਰ ਮੈਨੂੰ ਸਵਾਦ ਮਿਲ ਜਾਏ। ਉਹ ਤਾਂ ਜੀਆਂ ਨੂੰ ਤੜਫਾਉਂਦੇ ਆ। ਜਾਂ ਸਾਰਾ ਕਦੀ ਮੁਰ ਗਿਆ, ਤੁਸੀਂ ਦੇਖਿਆ ਕਰ ਕਿੱਦਾਂ ਟੰਗਾਂ ਬੰਨ੍ਹ ਕੇ ਔਰ ਸਾਰਾ ਆ ਜਿਹੜਾ ਵਿਆਹ ਸ਼ਾਦੀਆਂ 'ਚ ਤੁਹਾਡੇ ਸਾਹਮਣੇ ਪਲੇਟਾਂ 'ਚ ਆਉਂਦੇ ਆ, ਡਰਮਾਂ ਦੇ ਡਰਮ ਖਾਲੀ ਰੱਖ ਲਏ ਜਾਂਦੇ ਔਰ ਮੁਰਦੇ ਇੱਕ ਫੜਿਆ ਆਉਂਦਾ, ਦੂਸਰਾ ਉਹ 'ਚ ਕਰਦ ਫੇਰ ਕੇ ਡਰਮ 'ਚ ਸੁੱਟ ਦਿੰਦਾ ਵੀ ਇਹ ਫਟ ਪਟਾਉਣਾ ਸਾਰਾ, ਇਹਦੇ ਤੋਂ ਹੀ ਮੁੱਕੀਏ ਥੱਲੇ। ਉਹਦੇ ਡਰਮ ਕੱਟੀ ਜਾਂਦੇ ਗਰਦਨਾਂ 'ਤੇ, ਉਹ ਸੁੱਟੀ ਜਾਂਦੇ। ਆ ਹੁਣ ਕਿਉਂ ਤੋ ਕਿਉਂ ਮੁੱਲਾ ਮੁਰਗੀ ਮਾਰੇ, ਜੋ ਸਭ में एक खुदाए कहत है, ਤੋ ਕਿਉਂ ਮੁਰਗੀ ਮਾਰੇ। ਇਸ ਕਰਕੇ ਸਾਨੂੰ ਸਿੱਖਾਂ ਨੂੰ ਭਾਵੇਂ ਸਾਡੀ ਆਵਾਜ਼ ਕੋਈ ਸੁਣੇ ਨਾ ਸੁਣੇ, ਅਸੀਂ ਬਾਣੀ ਦੇ ਰਾਹੀਂ ਸਾਰੀ ਬਾਤ ਸੁਣਾ ਦੇਣੀ ਹੈ ਵੀ ਇਹ ਖਾਣ ਦੇ ਲਾਲਚ ਨਾਲ ਤੁਸੀਂ ਸਭ ਕੁਛ ਕਰਦੇ ਹੋ। ਔਰ ਲਾਲਚ ਸਭ ਤੋਂ ਜ਼ਿਆਦਾ ਕੁੱਤੇ 'ਚ ਹੁੰਦਾ। ਕੁੱਤੇ ਨੂੰ ਇੰਨਾ ਲਾਲਚ ਹੁੰਦਾ ਖਾਣ ਪੀਣ ਦਾ। ਸਾਰਾ ਅਸੀਂ ਪਿੰਡੀ ਥਾਈਂ ਛੋਟੇ ਹੁੰਦੇ ਰੋਟੀਆਂ ਪਾਉਣੀਆਂ ਕੁੱਤਿਆਂ ਨੂੰ, ਉਹ ਕਈ ਕੁੱਤਿਆਂ ਨੇ ਜਾ ਕੇ ਬਾਹਰ ਰੂੜੀਆਂ 'ਚ ਦੱਬ ਦੇਣੀਆਂ ਪੈਰ ਫੋਲ ਕੇ ਵੀ ਫੇਰ ਆਣ ਕੇ ਕੱਢਾਂਗੇ। ਲਾਲਚ ਨਹੀਂ ਮੁੱਕਦਾ। ਕੁੱਤੇ 'ਚ ਸਭ ਤੋਂ ਜ਼ਿਆਦਾ ਲੋਭ ਹੁੰਦਾ ਹੈ ਔਰ ਸਾਡਾ ਤੀਸਰਾ ਦੁਸ਼ਮਣ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਵਿਸਾਰੇ ਲੱਗੇ ਅਨ ਲਾਲਚੇ, ਨਾਮ ਵਿਸਾਰੇ ਪਾਸੇ ਹਰੀਆਂ ਬਣਾਉਣੀਆਂ ਹੈ। ਵਿਸਾਰੇ ਉਹਦਾ ਲਾਲਚੇ ਚੱਚੇ ਨੂੰ ਹੈ, ਨਾਮ ਸਾਵਾਂਗੇ ਉਸ ਰਾਗ 'ਚ ਗਾ ਨਹੀਂ ਸਕਾਂਗੇ। ਨਾਮ ਵਿਸਾਰੇ ਲੱਗੇ ਅਨ ਲਾਲਚੇ, ਨਾਮ ਵਿਸਾਰੇ ਲੱਗੇ ਅਨ ਲਾਲਚੇ, ਬਿਰਥਾ ਬਿਰਥਾ ਜਨਮ ਪਰਾਣੀ ਰਹਾ, ਬਿਰਥਾ ਬਿਰਥਾ ਜਨਮ ਪਰਾਣੀ। ਆਹ ਸਾਰਾ ਸ਼ਬਦ ਪੈਦ ਖਾ ਕੇ ਇਹਦਾ ਅਦਬ ਰੱਖ ਕੇ ਜਿੱਥੋਂ ਲਿਖਿਆ ਸ਼ੁਰੂ ਅਖੀਰ ਦੀਆਂ ਤੋੜੇ ਦੀਆਂ ਤੁਕਾਂ ਤੇ ਔਰ ਉਹ ਹਿੰਸੇ ਜ਼ਰੂਰ ਯਾਦ ਰੱਖਿਓ। ਹਰ ਥਾਂ ਦੇਖੋ ਕਿੰਨੀ ਮਿਹਨਤ ਕੀਤੀ ਹੈ। ਸਾਰੰਗ ਮਹੱਲਾ ਪੰਜਵਾਂ ਪੰਨਾ 1 2 1 9 1219 ਆਇਓ ਸੁਨਣਾ ਪੜਨ ਕੋ ਬਾਣੀ। ਉਹਨਾਂ ਲਈ ਰਿਲੇਟਿਵ ਲਫ਼ਜ਼ ਹੈ। ਉਸ ਲਈ ਕੌਮਾਂ 'ਚ ਉਹਨਾਂ ਨੂੰ ਜਗਾਉਣਾ ਸੀ ਵੀ ਤੁਸੀਂ ਇੰਨੀ ਵੇਦ ਬਾਣੀ ਪੜ੍ਹੀ ਜਾਂਦੇ ਹੋ, ਇੰਨੇ ਲੋਕ ਪੜ੍ਹੀ ਜਾਂਦੇ ਹੋ, ਗਾਈ ਜਾਂਦੇ ਹੋ ਮੰਦਰਾਂ 'ਚ ਸਭ ਕੁਛ। ਉਧਰ ਮੁਸਲਮਾਨ ਕਵਾਲੀਆਂ ਗਾਈ ਜਾਂਦੇ, ਸਭ ਕੁਛ ਗਾਈ ਮਾਰੇ ਕਹਿੰਦੇ ਓਏ ਨਾਮ ਵਾਲੇ ਰਾਸਤੇ 'ਤੇ ਲੱਗੋ। ਨਾਮ ਵਿਸਾਰੇ ਨਾਮ ਵਿਸਾਰੇ ਆ ਨਾਮ ਲਿਆ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕਫਕੜੇ ਸਭ ਮੁਕਦੀ ਚੱਲੀ ਲੈਣ। ਇਸ ਜੱਗ ਮੇਂ ਲਾਹਾ ਬਾਣੀ ਪੜ੍ਹਨਾ ਨਹੀਂ ਹੈ। ਉੱਥੇ ਲਿਖ ਸਕਦੇ ਸੀ ਜਿੱਥੇ ਤੁਕ ਲਿਖੀ ਹੈ ਇਸ ਜੱਗ ਮੇਂ ਲਾਹਾ ਹਰ ਨਾਮ ਹੈ ਭਾਈ, ਨਾਮੋ ਨਾਲੇ ਚੱਲੇ। ਜਿੰਨਾ ਨਾਮ ਜਪ ਲਾਂਗੇ ਮਰਨ ਤੋਂ ਬਾਅਦ ਉਹ ਜਾਣਾ ਹੈ, ਬਾਣੀ ਦੇ ਪਾਠ ਨਾਲ ਨਹੀਂ ਜਾਂਦੇ। ਅਸੀਂ ਐਲਾਨੀਆਂ ਕਹਿ ਰਹੇ ਹਾਂ। ਇੱਕ ਤੁਕ ਵੀ ਲੱਭ ਕੇ ਲਿਆ ਦਿਓ। ਥਾਂ ਥਾਂ ਤੁਕਾਂ ਆਉਣਗੀਆਂ ਵੀ ਪੁਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਹੜੇ ਕਫਕੜਿਆਂ 'ਚ ਲੱਗਾ। ਨਾਮ ਜਿਹੜਾ ਨਾਲ ਜਾਣਾ ਹੈ ਤੇਰੇ, ਉਹ ਜ਼ਿਆਦਾ ਜਪ, ਹੌਲੀ ਹੌਲੀ ਕਟਾ ਬਾਣੀਆਂ। ਔਰ ਆਪਣੇ ਪ੍ਰੋਫਿਟੇਬਲ ਆਪਣੇ ਕੋਈ ਲਾਹੇ ਦੇ ਕੰਮ ਨਹੀਂ ਕਰ ਰਹੀ। ਇਸ ਜੱਗ ਮੇਂ ਲਾਹਾ ਹਰ ਨਾਮ ਹੈ ਭਾਈ, ਨਾਮੋ ਨਾਲੇ ਚੱਲੇ। ਆ ਜਿਹੜੀ ਅਸੀਂ ਗੜਵੀਆਂ ਬਿਸਤਰੇ 'ਤੇ ਮਾਰਨ ਤੋਂ ਬਾਅਦ ਉਹਦੇ ਨਿਮਿੱਤ ਕਰਦੇ ਆ, ਕੁਛ ਨਹੀਂ ਹੈ ਬ੍ਰਾਹਮਣਵਾਦ ਆ, ਉਹਨੂੰ ਕੱਖ ਨਹੀਂ ਲੱਗਦਾ। ਉਹਦੇ ਲਈ ਜੇ ਭਰਾ ਚਾਹੁੰਦੇ ਅਗਲੀ ਰੂਹ ਜਿਹੜੀ ਗਈ ਉਹਦੇ ਪਿੱਛੇ ਬੈਠ ਕੇ ਉਹਦੇ ਲਈ ਨਾਮ ਜਪੋ, ਉਹ ਮਿਲਦਾ ਉਹਨੂੰ। ਬਾਕੀ ਉੱਥੇ ਚੀਜ਼ ਕੋ ਪਹੁੰਚ ਸਕਦੀ ਨਹੀਂ। ਇਹ ਸਾਰਾ ਬ੍ਰਾਹਮਣਵਾਦ ਹੈ। ਇਸ ਕਰਕੇ ਜਿਹੜੀ ਨਾਲ ਚੀਜ਼ ਜਾਣੀ ਸਾਫ਼ ਅਸੀਂ ਦੱਸੀ ਜਾ ਰਹੇ ਹਾਂ ਵੀ ਇਸ ਜੱਗ ਮੇਂ ਲਾਹਾ ਹਰ ਨਾਮ ਹੈ ਭਾਈ, ਨਾਮੋ ਨਾਲੇ ਚੱਲੇ। ਪਰ ਇਹ ਕੰਮ ਬੜਾ ਔਖਾ। ਸਾਨੂੰ ਬਾਣੀ ਪੜ੍ਹਨੀ ਪੈਂਦੀ, ਪਰ ਸਮਝ ਕੇ ਫਿਰ ਜ਼ਿਆਦਾ ਬੰਦਾ ਨਾਮ ਲੱਗਦਾ ਹੈ। ਬੜਾ ਮੁਸ਼ਕਿਲ ਕੰਮ ਹੈ। ਇਸ ਕਰਕੇ ਗੁਰੂ
ਅਮਰਦਾਸ ਸਾਹਿਬ ਕਹਿੰਦੇ ਮੇਰੇ ਮਨ ਤੇ ਕਿਉਂ ਰੁੱਸਦਾ ਨਾਮ ਜਪਣ ਤੋਂ, ਮੇਰੇ ਮਨ ਕਾਹੇ ਰੋਸ ਕਰੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੇਰੇ ਮਨ ਕਿਉਂ ਰੁੱਸਾ ਪਿਆ ਨਾਮ ਤੋਂ। ਬਾਣੀ ਨੂੰ ਤਾਂ ਠੀਕ ਹੈ, ਉਹ ਸੌਖਾ ਕੰਮ ਹੈ, ਪਰ ਉਹ ਲਾਹੇ ਦਾ ਕੰਮ ਨਹੀਂ ਹੈ। ਜਦੋਂ ਨਹੀਂ ਸੀ ਬਾਣੀ ਬਣੀ, ਅਸੀਂ ਵੰਗਾਰ ਦੇ ਰਹੇ ਸਾਰੀ ਦੁਨੀਆ ਨੂੰ, ਉਦੋਂ ਕਾਹਦੇ ਨਾਲ ਭਗਤ ਤਰਦੇ ਸੀ, ਪਿਛਲੇ ਸਾਰੇ ਯੁੱਗਾਂ 'ਚ ਕਾਹਦੇ ਨਾਲ ਤਰਦੇ ਸੀ। ਬਾਣੀ ਤੇ ਹੁਣ ਆਈ ਕਲਯੁਗ, ਉਹ ਤਰਦੇ ਸੀ ਜੁਗ ਜੁਗ ਭਗਤੀ ਆਖਰ ਵਸਾਣੀ। ਵਾਹਿਗੁਰੂ 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 ਵਾਹਿਗੁਰੂ, ਇਹ ਜੁਗ ਜੁਗ ਭਗਤੀ ਆਖਰ ਵਸਾਣੀ। ਲੱਖ ਲੱਖ ਗੇੜਾ ਆਖੀਐ। ਗੇੜੇ ਕਾਹਦੇ? ਬਾਣੀ ਦੇ ਸ਼ਬਦ ਦੇ, ਬਾਣੀ ਦੇ ਜਾਂ ਕਾਹਦੇ? ਏਕ ਨਾਮ ਜਗਦੀਸ਼, ਲੱਖ ਲੱਖ ਗੇੜਾ ਆਖੀਐ। ਜਦੋਂ ਨਹੀਂ ਸੀ ਬਾਣੀ, ਉਹਦੇ ਭਗਤ ਹਮੇਸ਼ਾ ਨਾਮ ਜਪਦੇ ਸੀ, ਔਰ ਭਗਤੀ ਇੱਕ ਅੱਖਰ ਤੇ ਭਗਤੀ ਕਰਦੇ ਸੀ। ਤੋ ਨਾਮ ਵਿਸਾਰੇ ਲੱਗੇ ਆਨ ਲਾਲਚੇ, ਨਾਮ ਵਿਸਾਰੇ ਲੱਗੇ ਆਨ ਲਾਲਚੇ। ਬਿਰਥਾ ਬਿਰਥਾ ਜਨਮ ਬਰਾਣੀ, ਬਿਰਥਾ ਬਿਰਥਾ ਜਨਮ ਬਰਾਣੀ। ਰਹਾਉ ਸਮਝ ਆਚੇਤ, ਚੇਤੇ ਮਨ ਮੇਰੇ, ਸਮਝ ਆਚੇਤ ਚੇਤੇ ਮਨ ਮੇਰੇ। ਕਥੀ ਸੰਤਨ ਕਥ ਕਹਾਣੀ, ਕਥੀ ਸੰਤਨ ਅਕਥ ਕਹਾਣੀ। ਕਿਹਨਾਂ ਨੇ ਕਥੀ ਹੈ? ਜਿਹੜੇ ਆ ਸੋ ਕਾਲਡ ਅੱਜ ਕੱਲ੍ਹ ਦੇ ਸੰਤ ਹੈ, ਨਹੀਂ ਜਿਹਨਾਂ ਦੀ ਬਾਣੀ ਆਈ ਹੈ ਸੰਤਾਂ ਦੀ, ਗੁਰੂ ਭਗਤਾਂ ਦੀ, ਔਰ ਭਗਤਾਂ ਦੀ, ਔਰ ਗੁਰੂਆਂ ਦੀ, ਔਰ ਬੜੇ ਬੜੇ ਜਿਹੜੇ ਸਿੱਖ ਸੀ, ਉਹ ਸੰਤਨ ਪਲੂਰਲ ਹੈ, ਬਹੁਤੇ ਸਾਰੇ ਹੈ ਕਰਮਖੰਡ ਦੇ ਬੰਦੇ, ਜਾਂ ਜਿਹਨਾਂ ਦੀ ਬਾਣੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹੈ। ਉਹਨਾਂ ਨਾਲ ਕਹਾਣੀ ਕੀ ਕਥੀ ਹੈ? ਕਹਾਣੀ ਕਥੀ ਸਾਰੀ ਬਾਣੀ ਹੀ ਰੱਬ ਦੀ ਕਹਾਣੀ ਹੈ। ਉਹ ਬਾਣੀ ਕੀ ਹੈ? ਹਰ ਮੇਰੀ ਪ੍ਰੀਤ ਪ੍ਰੀਤ ਹੈ, ਹਰ ਮੇਰੀ, ਹਰ ਮੇਰੀ ਪ੍ਰੀਤ ਪ੍ਰੀਤ ਹੈ, ਹਰ ਮੇਰੀ, ਹਰ ਮੇਰੀ ਕਥਾ ਕਹਾਣੀ ਜੀ, ਹਰ ਮੇਰੀ ਕਥਾ ਕਹਾਣੀ ਜੀ, ਹਰ ਮੇਰੀ ਕਥਾ ਕਹਾਣੀ ਜੀ। ਹਰ ਹਰ ਥਾਂ ਰੱਬ ਨੂੰ ਨਹੀਂ ਲਾਉਣਾ, ਹਰ ਮੈਨੇ ਸ਼ਬਦ ਆ ਜਪਣ ਵਾਲਾ। ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ, ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ, ਹਰ ਮੇਰੀ ਕਥਾ ਕਹਾਣੀ ਜੀ, ਹਰ ਮੇਰੀ ਕਥਾ ਕਹਾਣੀ ਜੀ, ਹਰ ਮੇਰੀ ਕਥਾ ਕਹਾਣੀ। ਸਾਰੀ ਬਾਣੀ 'ਚ ਕੀ ਹੈ? ਨਾਮ ਜਪਣਾ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ। ਸਭ ਤੋਂ ਜ਼ਿਆਦਾ ਰੱਬ ਦੀ ਮਹਿਮਾ ਘੱਟ ਹੈ ਸਾਰੀ ਬਾਣੀ 'ਚ, ਨਾਮ ਦੀ ਮਹਿਮਾ। ਔਰ ਇਹਨੂੰ ਗਾਂ ਕਿੱਦਾਂ ਜਪਣਾ, ਕੀ ਚੀਜ਼ ਦਾ ਕੋਰ ਕਲਯੁਗ ਦੇ ਨੰਗੇ ਨਾਚ ਦੇ ਗੇਸ ਤਾਂ ਇੰਨੇ ਸ਼ਬਦ ਆਏ ਹੈ ਕਿ ਬੰਦੇ ਬਚ ਸਕਣਗੇ ਇਸ ਬਾਣੀ ਦੇ ਨਾਲ। ਤੋ ਇਸ ਕਰਕੇ ਸਾਡੀ ਪ੍ਰੀਤ ਕਿਹਦੇ ਨਾਲ ਹੋਣੀ ਚਾਹੀਦੀ ਹੈ? ਸ਼ਬਦ ਨਾਲ। ਹਰ ਮੇਰੀ ਪ੍ਰੀਤ ਪ੍ਰੀਤ ਹੈ, ਹਰ ਮੇਰੀ। ਕੋਈ ਮੈਂ ਬਾਹਮਣ ਵਾਲੀਆਂ ਰੀਤਾਂ ਨਹੀਂ ਕਰਨੀਆਂ, ਕੋਈ ਕੁਛ ਨਹੀਂ, ਮੇਰਾ ਸ਼ਬਦ ਜਪਣਾ ਹੀ ਸਭ ਤੋਂ ਵੱਡੀ ਰੀਤ ਹੈ। ਹਰ ਮੇਰੀ ਪ੍ਰੀਤ ਪ੍ਰੀਤ ਹੈ, ਹਰ ਮੇਰੀ, ਹਰ ਮੇਰੀ ਕਥਾ ਕਹਾਣੀ ਜੀ, ਹਰ
ਹਰ ਮੇਰੀ ਕਥਾ ਕਹਾਣੀ। ਰਹਾਉ ਆਉਣ ਲੱਗਾ, ਕਹਿੰਦਾ ਉਹਦਾ ਜਦੋਂ ਮੈਨੂੰ ਫਿਰ ਪ੍ਰਸਾਦ ਮਿਲ ਜਾਂਦਾ ਹੈ ਤੋ ਗੁਰ ਪ੍ਰਸਾਦ ਦੇ ਮੇਰਾ ਮਨ ਭੀਜੈ। ਉਹਦੇ ਪ੍ਰਸਾਦ ਨਾਲ ਮੈਂ ਜੋ ਜਪਦਾ ਫਿਰ ਮੈਂ ਭਿੱਜ ਜਾਂਦਾ ਉਹਦੇ 'ਚ। ਗੁਰ ਪ੍ਰਸਾਦ ਦੇ ਮੇਰਾ ਮਨ ਭੀਜੈ। ਔਰ ਉਸ ਅਕਾਲ ਪੁਰਖ ਦੀ ਇਹੋ ਹੀ ਸੇਵਾ ਮੈਨੂੰ ਬਣੀ ਹੈ। ਏਹਾ ਸੇਵ ਬਾਣੀ ਰਹਾਉ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇ ਬਾਬਾ ਕਿ ਹਰ ਮੇਰੀ ਪ੍ਰੀਤ। ਐਰਾ ਸੀ ਸ਼ਬਦ ਦਾ ਸਾਨੂੰ ਪਤਾ, ਰੱਬ ਦਾ ਸਾਨੂੰ ਪਤਾ ਹੀ ਨਹੀਂ ਹੱਲੀ। ਉਹਦਾ ਸ਼ਬਦ ਆ ਸਾਡੇ ਲਈ, ਜਿਹੜੇ ਪੰਜ ਪਿਆਰੇ ਪੰਜ ਸਿੰਘ ਖਾਂਡੇ ਬਾਟੇ ਦੀ ਪਹੁੰਚ 'ਚ ਬੁਲਾ ਬੁਲਾ ਫਤਿਹ 'ਚ ਦੇ ਜਾਂਦੇ। ਬੋਲ ਵਾਹਿਗੁਰੂ ਜੀ ਕਾ ਖਾਲਸਾ। ਜੋ ਦਸਮ ਪਾਤਸ਼ਾਹ ਨੇ ਰੀਤ ਤੋਰੀ, ਸਾਨੂੰ ਸ਼ਬਦ ਮਿਲ ਜਾਂਦਾ ਉਸ ਵੇਲੇ, ਅਸੀਂ ਉਹਦੇ ਨਾਲ ਪ੍ਰੀਤ ਕਰਨੀ ਆ। ਹਰ ਮੇਰੀ ਪ੍ਰੀਤ ਪ੍ਰੀਤ ਹੈ ਹਰ ਮੇਰੀ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ। ਹੋਰ ਕੋਈ ਕਥਾ? ਇਸੇ ਕਰਕੇ ਤੇ ਸਾਰੀ ਸਿੱਖੀ ਦਾ 300 ਸਾਲ ਦਾ ਬ੍ਰੇਨ ਵਾਸ਼ ਆਊਟ ਕੀਤਾ ਇਹਨਾਂ ਝੂਠੀਆਂ ਕਹਾਣੀਆਂ ਨੇ। ਆ ਜਿੰਨੇ ਵੀ ਸੂਰਜ ਪ੍ਰਕਾਸ਼ ਦੀਆਂ ਕਥਾ ਜਾਂ ਗੁਰੂਆਂ ਮੁਤਲਕ ਕਹਾਣੀਆਂ ਬਣਾਉਣੀਆਂ, ਉਹ ਗੁਰੂਆਂ ਦੇ ਸ਼ਬਦ ਥੋੜ੍ਹੇ, ਉਹਨਾਂ ਦੀ ਆਟੋਬਾਇਓਗ੍ਰਾਫੀ ਹੈ। ਜਿੱਦਾਂ ਦੇ ਉਹ ਸ਼ਬਦ ਸਾਨੂੰ ਦੇ ਕੇ ਗਏ ਹੈ, ਉਹਨਾਂ ਦਾ ਜੀਵਨ ਸੀ। ਨਾ ਕਿ ਤੁਸੀਂ ਆਪਣੇ ਬਾਬੇ ਨੇ ਇਸ ਵੇਲੇ ਆ ਕਿਹਾ, ਬਾਬੇ ਨਾਲ ਗੁਰੂ ਨਾਨਕ ਨੇ ਆ ਬੋਲਿਆ, ਉਹ ਤੁਸੀਂ ਉਸ ਵੇਲੇ ਹਾਜ਼ਰ ਸੀ। ਇੱਕ ਸੀਗਾ ਸਿੱਖੀ ਨਾ, ਲੇਕਿਨ ਕਿਸੇ ਨੂੰ ਹਾਲੇ ਤੱਕ ਕਹਾਣੀ ਹੋਸ਼ ਆਈ, ਕਿਉਂਕਿ ਉਹ ਸਵਾਦ ਲਈਆਂ ਉਹਨਾਂ 'ਚ ਟਾਈਮ ਛੇਤੀ ਲੰਘ ਜਾਂਦਾ, ਸੰਗਤ ਵੀ ਛੇਤੀ ਲੱਗ ਜਾਂਦੀ, ਔਰ ਮਗਰ ਵੀ ਸੁਣਨ ਵਾਲੇ ਵੀ ਬੜੇ ਆਉਂਦੇ ਆ, ਪੂਜਾ ਵੀ ਬੜੀ ਚੜ੍ਹਦੀ, ਰੌਣਕਾਂ ਵੀ ਬੜੀਆਂ ਹੁੰਦੀਆਂ। ਲੇਕਿਨ ਸਾਡੇ 'ਚ ਕਥਾ ਕਹਾਣੀ ਕੀ ਹੈ? ਆ ਸਾਰੀਆਂ ਬਾਣੀ ਹੀ ਰੱਬ ਦੀ ਕਥਾ ਕਹਾਣੀ ਹੈ। ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ। ਇੱਥੋਂ ਸ਼ਬਦ ਸ਼ੁਰੂ ਕਰਦਾ ਗੁਰੂ ਅਮਰਦਾਸ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤਹਿ ਬਣ ਆਈ। ਐਡਾ ਵੱਡਾ ਸਾਡਾ ਤੀਜਾ ਗੁਰੂ ਹੋਇਆ ਜਿਹਨੇ ਸਭ ਤੋਂ ਜ਼ਿਆਦਾ ਸੰਗਤ ਵਧਾਈ ਹਿੰਦੂਆਂ 'ਚੋਂ ਹੀ। ਇੰਨੇ ਕਨਵਰਟ ਕੀਤੇ ਹਿੰਦੂ ਔਰ ਮੁਸਲਮਾਨ ਸਾਰੇ, ਇੰਨੀ ਸੰਗਤ ਵੱਧ ਗਈ। ਗੁਰੂ ਅਮਰਦਾਸ ਨਾ ਆਪਣੇ ਗਿਆਨ ਦੇ ਜ਼ੋਰ ਨਾਲ ਬਚੋ ਭਾਈ। ਆਹ ਜਿਹੜੀਆਂ ਤੁਸੀਂ ਪੜ੍ਹਾਈਆਂ ਕਰੀ ਜਾਂਦੇ ਹੋ ਆਪਣੇ ਵੇਦ ਸ਼ਾਸਤਰਾਂ ਦੀਆਂ ਸਾਰੀਆਂ ਦੀਆਂ, ਨਾਮ ਦੇ ਰਾਸਤੇ ਤਾਂ ਉਹ, ਔਰ ਸੇਵਾ ਵੀ ਉਹਦੀ ਉਹ ਕੋਈ ਦੇ ਨਹੀਂ ਹੈ ਸਾਡਾ ਅਕਾਲ ਪੁਰਖ। ਇਸ ਕਰਕੇ ਉਹਦੀ ਸੇਵਾ ਕੀ ਹੈ? ਹਰ ਕੀ ਤੁਮ ਸੇਵਾ ਕਰੋ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰਿਓ ਨਾ ਕੋਏ ਜੀ। ਔਰ ਉਸੇ ਗੁਰੂ ਦੇ ਸਿਰ ਮੜ ਦਿੱਤਾ ਕਿ ਉਹਨਾਂ ਨੇ 12 ਸਾਲ ਉਹ ਬਿਰਧ ਗੁਰੂ ਨਾਲ 12 ਸਾਲ 65 ਸਾਲ ਦੀ ਉਹਦੀ ਉਮਰ, ਔਰ 12 ਸਾਲ ਨੌਜਵਾਨ ਗੁਰੂ ਅੰਗਦ ਨੂੰ ਪਾਣੀ ਲਿਆ ਕੇ ਨਲਾਉਂਦੇ ਰਹੇ। ਉਹਨਾਂ ਦਾ ਸ਼ਬਦ ਕਹਿ ਰਿਹਾ, ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ। ਕਿਉਂ? ਹਰ ਕੀ ਸੇਵਾ ਤੇ ਮਨ ਚਿੰਨਿਆ ਫਲ ਪਾਈਐ। ਹਰ ਕੀ ਸੇਵਾ ਤੇ ਮਨ ਚਿੰਨਿਆ ਫਲ ਪਾਈਐ। ਦੂਜੀ ਸੇਵਾ ਜਨਮ ਬਿਰਥਾ ਜਾਏ। ਅਸੀਂ ਉਹਨਾਂ ਸੇਵਾ ਦਾ ਲਾਲਚ ਕਰਦੇ ਹਾਂ। ਲਾਲਚ ਕਰਨਾ ਹੈ ਤੇ ਨਾਮ ਜਪਣ ਦਾ ਕਰ।
नाम हमारे गुर की सेव, नाम हमारे पूजा देव, गुर पूरे दृढ़ो हर नाम, सब ते उत्तम हर हर काम। जे सेवा करनी आ, तपड़ विछाने आ, जुत्तियां चाड़दा सारा इन्ने गुरद्वारे च सेवा मुबारक है। सोसाइटी की सेवा अच्छी चीज़ है, पर नाल नहीं जानी। तैनूं इहदा फल वड्डण लई मुड़ के जन्म लैना पैना माँ के पेट च। जे नाम जप गया तूं गर्भ की जून च नहीं जाएगा। इस करके वो सेवा ठीक है, तैनूं फल मिलेगा, पर लिया कि एडे वड्डे ज्ञान चों असी आह ते सेवा कीती नहीं। हर की तुम सेवा कर हो, हुक्म अगे दूजी सेवा करे हो ना कोई। क्यों? हर की सेवा ते मन चिंदिया फल पाइए। आ गया बद जन्म बढ़ता जन्म पुरानी। आज जिन्हें मर्जी पाठ पढ़ सुनाई जा सारिਆਂ ਨੂੰ। वेद पढ़े और पढ़ के सुनावे सारा। जिन्नियां तुकां तुहाडे किन्नियां लिखियां भी पढ़ाई करी जाना बामणा। साडे सिक्खी च सब तों वड्डे बामण बने अजकल, लेकिन को हटा नहीं सकदा क्योंकि पोस्टां कायम है उन्हां दियां। कोई घाल खा के राजी नहीं है। सारा पूजा दे धान दा लोकां दे चढ़ावे दा ਜ਼ਹਿਰ आप खांदे और टब्बरां नूं निगाह दिंदे है। असीं वार्निंग दे रहे हैं, बाणी च मना चीज़ है। बाबा नानक कह रहा घाल खाए के छत्थों दे, नानक राह पछाणे से। इस करके जड़ा सेवा है, जिन्हों फल लगने हैं, जिहड़ी नाल जानी चीज़ है वो नाम है। तो क्यों ओदी हर दी सेवा वो स्पिरिचुअल चीज़ है। ਉਹਦੀ सेवा भी स्पिरिचुअल शब्द ना होंदी है। इस करके हर की सेवा मन चिंतिया फल पाइए। दूजी सेवा जन्म बिरथा जाए। आगे रहाओ च तुकां समाउण लगियां। हर मेरी प्रीत रीत है, हर मेरी कथा कहानी जी, हर मेरी कथा कहानी जी, हर मेरी कथा ਆਹ ਇਹ ਪੜ੍ਹਨ ਸੁਣਨ ਲਈ ਤਾਂ ਆਏ ਆ ਵੀ ਬਾਣੀ ਤੈਨੂੰ ਪਹਿਲਾ ਪੌਡਾ ਹੈ ਤੇ ਪੈਰ ਰੱਖ, ਲੇਕਿਨ ਜਿਹੜੇ ਬਾਈ ਪੜ੍ਹਦਾ ਹੈ ਸਮਝ ਕੇ ਪੜ੍ਹ। ਨਾਲੇ ਤੇ ਤੇਰੇ ਲਾਲਚ ਦੇ ਵਿਚਾਰ ਅੰਦਰ ਤੇ ਤੈਨੂੰ ਕੁਛ ਪ੍ਰਾਪਤੀ ਹੋ ਰਹੀ। ਜਿੰਨੇ ਮਰਜੀ ਪਾਠ ਕਰੀ ਚੱਲ, ਪਾਠ ਪੜ੍ਹੇ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਜ ਜਨਾਂ ਸਿਉ ਸੰਗ ਨਾ ਛੁਟਕਿਓ, ਅਦਕ ਹੰਗ ਬੁੱਧ ਬਾਧੇ, ਪਿਆਰੇ ਇਨ ਵਿਦੇ ਮਿਲਣ ਨਾ ਜਾਈ। ਮੈਂ ਕੀਏ कर्म कांड है। हार परे स्वामी के द्वारे दीजे बुद्ध बवेका। मैनू इनू समझण दी बुद्ध दे। इस करके आ एक शब्द समझ रहे हैं असी। आयो सुनदा पढ़न को बाणी। ओ बाणी नाम है, अगे नाम लिखे, दूसरिया कामां नू रिलेटिव ज्ञान है। उन्होंने पलटा देना सी भी तुसीं सब कुछ ना पढ़ी जाती हो। वेद बाणी सारा जिन्ना पढ़ाइयां ही हो रही आ नाम वाले रास्ते ते आयो। आयो सुनना पढ़न को बाणी। जिथे बाणी का लफ्ज बहुत घट आया है, किते उत्थे है जैसी में आवे खसम की बाणी तैसड़ा करी। ज्ञान है गुरु नानक ने किया है। ज्ञान गद्दी दी है गुरु गोबिंद सिंह साहब जी ने। इनू ज्ञान गुरु आत्म उपदेशो नाम भभूत लगाओ। असी बाकी कामां नू इनू भी शुरू कर दिता सारा। इस करके जड़ा नाम विसारना है वो वड्डी चीज़। जड़ी सानू बाणी पढ़न लगे नाम विसर जाएगा। असी एक तुक देन लगे अज, पिछे भी दिती सी इस प्रकरण च भी ਜਿਹਦੇ ਨਾਲ ਮੇਜਰਿੰਗ ਸਟਿਕ ਨਾ ਗੁਰੂ ਬਣਦੇ ਸੀ ਗੁਰੂਆਂ ਦੇ ਘਰ 'ਚ। ਜਿਹੜੀ 4 ਸਾਹਿਬਜ਼ਾਦਿਆਂ ਨੇ ਕਮਾਈ, 5 ਪਿਆਰਿਆਂ ਨੇ ਕਮਾਈ ਔਰ ਗੁਰੂ ਮਹਾਰਾਜ ਦੇ 40 ਸਿੱਖਾਂ ਨੇ ਕਮਾਈ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਨਾਲ। ਪੁਰਾਤਨ ਜੀਵਨ ਸਿੰਘਾਂ ਦਾ ਔਰ ਸਾਰਾ ਗੁਰੂਆਂ ਦਾ ਭਗਤਾਂ ਦਾ ਕੀ ਸੀ? ਜੋ ਸਾਸ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਬਿਕਾਰੇ। ਕੋਈ ਸਿੱਖ ਵਿਚਾਰਦਾ ਹੈ ਵੀ ਮੈਂ ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰਕੇ ਉਹ
ਮਾਤਾ ਕੌਲਾਂ ਦੇ ਗੁਰਦੁਆਰੇ ਬਾਹਰ ਸੋਨੇ ਤੇ ਲਿਖ ਕੇ ਲਾਇਆ ਸੁਖਮਨੀ ਸਾਹਿਬ ਸੁਸਾਇਟੀਆਂ ਸਾਰਾ। ਉਹ ਕਹਿੰਦੇ ਜੀ ਜਿਹੜਾ ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਦਵੇ ਦਿਹਾੜੀ 'ਚ ਉਹਦੇ ਸਾਰੀ ਦਿਹਾੜੀ ਦੇ ਜਿਹੜੇ ਸਵਾਸ ਆਉਂਦੇ ਆ, ਕਿਉਂਕਿ ਇਹਦੀਆਂ ਅਸ਼ਟਪਦੀਆਂ ਇੰਨੀਆਂ ਲੰਮੀ, ਉਹਦੇ ਸਾਰੇ ਸਾਸ ਲੇਖੇ ਲੱਗ ਜਾਂਦੇ ਆ। ਅਸੀਂ ਸਰੀਨ ਕਹਿ ਰਿਹਾ ਨਾ ਦਾ ਦੁਨੀਆ ਅੰਨੀ ਨਾ ਕਰ, ਲੇਖੇ ਲੱਗ ਜਾਂਦੇ ਆ ਕਿ ਉਹਨਾਂ ਸਾਸਾਂ ਦਾ ਭੱਠਾ ਬੈਠ ਜਾਂਦਾ। ਉਹ ਨਹੀਂ ਕਹਾਂ ਜਾਣੇ ਜੋ ਸਾਸ ਜਾਏ ਗੁਰੂ ਰਾਮਦਾਸ ਸਾਹਿਬ, ਜੋ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਵਿਕਾਰੇ। ਸੁਖਮਨੀ ਸਾਹਿਬ ਪੜ੍ਹੋ, ਪਰ ਸੁਖਮਨੀ ਸਾਹਿਬ ਦੀ ਸਭ ਕੁਝ ਹੀ ਲਿਖਿਆ ਵੀ ਸਭ ਤੇ ਉੱਤਮ ਮਤਲਬ ਜਿਹੜਾ ਤੂੰ ਮਤਲਬ ਜਿਹੜੀ ਸੁਖਮਨੀ ਸਾਹਿਬ ਦਾ ਅੱਜ ਅਸੀਂ ਜੋ ਬੇਨਤੀ ਕਰ ਰਹੇ ਸਾਰੀ ਦੁਨੀਆ 'ਚ ਜਾ ਰਹੀ ਹੈ ਵੀ ਸੁਖਮਨੀ ਸਾਹਿਬ ਪੜ੍ਹੋ, ਪਰ ਪਿਆਰ ਨਾਲ ਪੜ੍ਹੋ। ਔਰ ਦੇਖੋ ਕਿੰਨੀ ਵਾਰੀ ਨਾਮ ਜਪਣ ਦਾ ਜ਼ਿਕਰ ਆਉਂਦਾ ਹੈ, ਕਿੰਨੀ ਵਾਰੀ ਨਾਮ ਜਪਣ ਦਾ। ਉਸ ਵੇਲੇ ਫਿਰ ਗਟਕੇ ਬੰਦ ਕਰਕੇ ਥੋੜ੍ਹਾ ਜਿਹਾ ਨਾਮ ਜਪੋ। ਨਾਮ ਜਪਣਾ ਮੁਸ਼ਕਿਲ ਹੈ, ਸਭ ਤੋਂ ਦੁਨੀਆ ਦਾ ਮੁਸ਼ਕਿਲ। ਫਿਰ ਬਾਣੀ ਨੂੰ ਲੱਗੋ। ਬਾਣੀ ਇਸ ਕਰਕੇ ਬਣੀ ਹੈ ਵੀ ਇਹਦੇ ਬਗੈਰ ਅਸੀਂ ਨਾਮ ਨਹੀਂ ਜਪ ਸਕਦੇ। ਜੇ ਨਾਮ ਨਹੀਂ ਜਪਦੇ ਬਾਣੀ ਪੜ੍ਹੀ ਕਿਸੇ ਲੇਖੇ ਨਹੀਂ ਪੈਂਦੀ। ਇਸ ਕਰਕੇ ਬਾਣੀ ਸਮਝ ਕੇ ਸੁਣ ਕਾ ਮਹਾਰਾਜ ਤੇ ਬਾਬਾ ਕਹਿੰਦਾ ਨਾਨਕ ਆਖਣੇ ਰਾਹ ਇਹੋ, ਬਾਬਾ ਨਾਨਕ ਕਹਿ ਰਿਹਾ ਹੈ। ਔਰ ਮੁਸਲਮਾਨ ਜ਼ਿਆਦਾ ਸਮਝ ਗਏ ਸੀ ਬਾਬੇ ਨੂੰ, ਉਹਨਾਂ ਦੀ ਉਰਦੂ 'ਚ ਕਹਿ ਰਿਹਾ ਹੈ। ਪਹਿਲੇ ਬਾਬਾ ਕਹਿ ਰਿਹਾ ਹੈ ਨਾਨਕ ਆਖਣੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਇਹ ਸ਼ੈਤਾਨ ਦੀਆਂ ਗੱਲਾਂ ਹੋ ਰਹੀਆਂ। ਜਿਹੜੀ ਬਾਣੀ ਨਾਮ ਨਹੀਂ ਅਸੀਂ ਜਪਦੇ ਨਾ। ਬਾਬਾ ਕਹਿੰਦਾ ਆਖਣ ਦਾ ਇੱਕੋ ਹੀ ਰਾਹ ਹੈ, ਪਰਮੇਸ਼ਰ ਦਾ ਨਾਮ ਆਖੋ, ਅੱਲਾ ਦਾ। ਸਾਰਾ ਆਪਣੇ ਆਪਣੇ ਮਤਲਬ ਬਾਅਦ ਰਹਿ ਕੇ ਸਭ ਕੁਛ। ਸਾਨੂੰ ਅਸੀਂ ਪਿੱਛੇ ਚੰਡੀਗੜ੍ਹ ਗਏ, ਕਹਿੰਦੇ ਜੀ ਮੈਂ ਪਰਲਬੱਕ ਦੀ ਦਿੱਤੀ। ਉਹ ਕਹਿਣ ਲੱਗੇ ਜੀ ਉਹ ਜਿਹੜੀ ਵੀ ਲੇਡੀ ਕਹਿੰਦੀ ਸੀ ਵੀ ਹੈਡ ਗੁਰੂ ਗ੍ਰੰਥ ਸਾਹਿਬ ਇਨ ਆਵਰ ਹੈਂਡ ਵੀ ਵੁੱਡ ਹੈਵ ਟਰਨਡ ਦੀ ਹੋਲ ਵਰਲਡ ਇਨਟੂ ਸਿੱਖਿਜ਼ਮ। ਮੈਨੂੰ ਬਾਹਰ ਆਣ ਕੇ ਮੈਂ ਕਾਰ 'ਤੇ ਚੜ੍ਹਨ ਲੱਗਾ, ਮੈਨੂੰ ਕਹਿੰਦਾ ਬੜੇ ਇੰਟੈਲੈਕਚੁਅਲ ਸਵਾਲ ਹੈ, ਸਾਨੂੰ ਜਵਾਬ ਦੇਣਾ ਪੈਣਾ। ਆ ਹੁਣੇ ਪਿਛਲੀ ਚੌਂਕੀ ਚੰਡੀਗੜ੍ਹ, ਉਹ ਕਹਿੰਦੀ ਉਹ ਆਪ ਕਿਉਂ ਨਹੀਂ ਸਿੱਖਣੀ ਬਣ ਗਈ। ਦੇਖੋ ਕਿੱਡੀ ਵੱਡੀ ਨੋਬਲ ਪ੍ਰਾਈਜ਼ ਹੋਲਡਰ ਉਹਦੀ ਲੜਕੀ ਮੈਨੂੰ ਮਿਲੀ। ਉਹ ਕਹਿੰਦੀ ਉਹ ਆਪ ਕਿਉਂ ਨਹੀਂ ਸਿੱਖਣੀ ਬਣ ਗਈ। ਮੈਂ ਕਿਹਾ ਸਾਡੀ ਸਾਰੀ ਬਾਣੀ ਕਹਿੰਦੇ ਆ ਵੀ ਜੇ ਤੂੰ ਹਿੰਦੂ ਹੈ ਤਾਂ ਚੰਗਾ ਹਿੰਦੂ ਬਣ, ਜੇ ਤੂੰ ਮੁਸਲਮਾਨ ਆ ਤਾਂ ਚੰਗਾ ਮੁਸਲਮਾਨ ਬਣ, ਜੇ ਤੂੰ ਸਿੱਖ ਹੈ ਤਾਂ ਚੰਗਾ ਸਿੱਖ ਬਣ। ਸਾਡਾ ਮਜ਼ਹਬ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਡੇ 'ਚ ਆਣ ਕੇ ਨਾ ਰਲੋ, ਕਿਉਂਕਿ ਸਾਰਿਆਂ ਦਾ ਪਿਤਾ ਇੱਕੋ ਗੁਰੂ। ਅਸੀਂ ਗੁਰ ਪਰਮੇਸ਼ਰ ਨੂੰ ਮੰਨਦੇ ਹਾਂ। ਤੁਸੀਂ ਮਤਲਬ ਸਾਡਾ ਮਜ਼ਹਬ ਸਾਰਾ ਮਜ਼ਹਬ ਤਲਵਾਰ ਦੇ ਜ਼ੋਰ ਨਾਲ ਫੈਲਿਆ। ਮੁਸਲਮਾਨ ਕ੍ਰਿਸਚੀਅਨਿਟੀ ਠੀਕ ਹੈ, ਇਹਨਾਂ ਨੇ ਮਰਸੀ ਕੀਤੀ, ਹਸਪੀਟਲ ਸਾਰੀ ਦੁਨੀਆ 'ਚ ਫੈਲ ਗਏ। ਲੇਕਿਨ ਤਲਵਾਰ ਦਾ ਜਿਹੜਾ ਮਜ਼ਹਬ ਹੈ ਸਾਰਾ ਇਹ ਸਾਡਾ ਨਹੀਂ। ਇਹ ਕਹਿੰਦਾ ਵੀ ਜਿਹੜਾ ਅੱਲਾ ਦਾ ਨਾਮ ਨਹੀਂ ਜਪਦਾ ਉਹ ਕਾਫਰ, ਉਹਨੂੰ ਕਤਲ ਕਰ ਸਿੱਟੋ। ਨਹੀਂ, ਸਾਡਾ ਕਹਿੰਦਾ ਤੂੰ ਚੰਗਾ ਹਿੰਦੂਆਂ ਤੇ ਹਿੰਦੂ ਹੀ ਰਹਿ, ਨਾਮਦੇਵ ਵਾਂਗੂ ਭਗਤ ਬਣ। ਜੇ ਤੂੰ ਚੰਗਾ ਮੁਸਲਮਾਨ ਹੈ, ਤੂੰ ਮੁਸਲਮਾਨ ਹੈ, ਤੁਸੀਂ ਚੰਗਾ ਮੁਸਲਮਾਨ ਕਰ, ਸੱਤੇ ਬਲਵੰਡੇ ਵਰਗਾ ਜਿਹਨੇ ਦੀ ਬਾਣੀ ਆ ਭੀਖਣ ਸਾਹਿਬ ਦੀ ਮੁਸਲਮਾਨ ਦੀ। ਸਾਡੇ ਆਪਣੇ ਆਪਣੇ ਮਜ਼ਹਬ 'ਚ ਰਵੋ, ਪਰ ਮੰਨੋ ਇੱਕ ਤਾਲਾ ਨੂੰ, ਇੱਕ ਰੱਬ ਨੂੰ। ਇਸ ਕਰਕੇ ਇਹ ਸਵਾਲ ਨਹੀਂ ਉੱਠਦਾ। ਅਸੀਂ ਕਿਹਾ ਸੀ ਸਾਡਾ ਮਜ਼ਹਬ ਫੈਲ ਤਦੇ ਨਹੀਂ ਸਕਿਆ, ਅਸੀਂ ਨੇ ਲੁਕੋ ਕੇ ਰੱਖਿਆ। ਗੋਪਿਆ ਜਿਨ ਗੁਰ ਗੋਪਿਆ ਆਪਣਾ, ਤਿਸ ਠੌਰ ਨਾ ਠਾਉ, ਹਾਲਤ ਪਾਲਤ ਦੋਵੇਂ ਗਏ, ਅੱਗੇ ਠੌਰ ਨਾ ਅੱਗੇ ਠੌਰ ਨਾ ਠਾਉ, ਹਾਲਤ ਪਾਲਤ ਦੋਵੇਂ ਗਏ। ਜਿਹਨੇ ਆਪਣਾ ਆ ਲਾਈਨ ਨਹੀਂ ਕਮਾਈ, ਜਾਂ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਬਰੈ ਬਾਣੀ ਨਾ ਕੀਰਤਨ ਨਾ, ਜੋ ਨਾਮ ਜਪਾਵਾ। ਨਾਮ ਤੇ ਪੰਜਾਂ ਪਿਆਰਿਆਂ ਨੇ ਜਪਾਉਣਾ। ਅਸੀਂ ਉਸ ਰਾਸਤੇ ਦੀ ਰੌਸ਼ਨੀ ਦੇ ਸਕਦੇ ਬਾਣੀ ਰਾਹੀਂ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਹੁਕਮ ਬੰਦ ਹੈ। ਕੋਈ ਇਕੱਲਾ ਤਾਂ ਇਕੱਲਾ ਨਹੀਂ, ਪੰਜ ਹੀ ਸਭ ਕੁਛ ਕਰਦੇ। ਲੇਕਿਨ ਸਾਨੂੰ ਲੋਹ ਲੈਣੀ ਪੈਣੀ ਸ਼ਬਦਾਂ ਦੀ ਵੀ ਜਿਹੜਾ ਜਨ ਨਾਨਕ ਧੂੜ ਮੰਗੇ, ਜਿਹਨੇ ਆਪਣਾ ਗੁਰੂ ਕੋ ਹੋਰ ਫੈਲਾਓ, ਇਹਨੂੰ ਹੋਰ ਮੈਸੇਜ ਹੈ ਗਾਂ ਦਾ ਰੱਬ ਦਾ। ਲੇਕਿਨ ਮੈਸੇਜ ਇਹ ਨਹੀਂ ਹੈ ਵੀ ਤੁਸੀਂ ਸਿੱਖ ਹੀ ਬਣੋਗੇ ਤਾਂ ਤੁਹਾਨੂੰ ਰੱਬ ਮਿਲੇਗਾ। ਜੇ ਤੂੰ ਮੁਸਲਮਾਨ ਹੈ ਤਾਂ ਚੰਗਾ ਮੁਸਲਮਾਨ ਬਣ, ਹਿੰਦੂ ਹੈ ਤਾਂ ਚੰਗਾ ਹਿੰਦੂ ਬਣ, ਸਿੱਖ ਹੈ। ਇਸ ਕਰਕੇ ਜਿਹੜਾ ਇਹ ਚੀਜ਼ ਕਹਿਣੀ ਹੈ
ਵੀ ਇਹ ਸਾਡਾ ਇੰਨੀ ਬਾਣੀ ਇੰਟਰਨੈਸ਼ਨਲ ਹੈ ਭਾਈ ਸਾਹਿਬ ਜੀ। ਸਾਰੇ ਗਲੋਬ ਦੇ ਇਨਸਾਨਾਂ ਨੂੰ ਮਾਨਸ ਕੀ ਜਾਤ ਸਭ ਏਕੇ ਹੀ ਪਛਾਣਬੋ, ਕੁਦਰਤ ਕੇ ਸਭ ਬੰਦੇ। ਅਸੀਂ 23 ਟੇਪਾਂ ਛੱਡੀਆਂ ਇਹਦੇ 'ਤੇ। ਇਸ ਵੇਲੇ ਲੰਡਨ ਰੇਡੀਓ ਸਾਰੀ ਦੁਨੀਆ 'ਚੋਂ ਟੇਪਾਂ ਜਾ ਕਹਿੰਦੇ ਜੀ ਆਹ ਤਾਂ ਸਾਡਾ ਮਜ਼ਹਬ ਕਮਾਲ ਦਾ ਹੈ। ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ। ਹੁਣ ਸਾਡੀ ਹਰ ਸ਼ਬਦ ਐਸੀ ਬਾਣੀ, ਲੇਕਿਨ ਸਾਡੀ ਬਾਣੀ ਨੂੰ ਪੜ੍ਹਿਆ ਜਾ ਰਿਹਾ, ਪ੍ਰਚਾਰਿਆ ਨਹੀਂ ਜਾ ਰਿਹਾ। ਪ੍ਰਚਾਰਨ ਦਾ ਮਤਲਬ ਹੈ ਭਈ ਹੋਰ ਪ੍ਰਚਾਰ ਵਿੱਚ ਲਿਖਿਆ ਹੀ ਨਹੀਂ ਹੈ। ਸਾਰੇ ਗੱਲ ਰੱਬ ਦੀ ਗੱਲ ਘੱਟ ਹੈ, ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਹੋਰ ਤਾਂ ਕੋਈ ਗੱਲ ਹੀ ਹੈ ਨਹੀਂ। ਇਸ ਕਰਕੇ ਜਿਹੜਾ ਨਾਮ ਨੂੰ ਭੁੱਲ ਜਾਂਦਾ ਹੈ ਉਹ ਹੈ ਨਾਮ ਵਿਸਾਰੇ ਲੱਗੇ ਅਨ ਲਾਲਚੇ। ਨਾਮ ਵਿਸਾਰੇ ਲੱਗੇ ਅਨ ਲਾਲਚੇ, ਬਿਰਥਾ ਬਿਰਥਾ ਜਨਮ ਪਰਾ ਰਹਾਓ। ਬਿਰਥਾ ਬਿਰਥਾ ਜਨਮ ਪਰਾ ਰਹਾਓ। ਸਮਝ ਅਚੇਤ, ਇਹ ਮਨ ਤੂੰ ਚੇਤ ਦਾ ਨਹੀਂ ਹੈ, ਤੂੰ ਸਮਝ। ਸਮਝ ਅਚੇਤ ਬਾਣੀ ਦੀ ਖੂਬੀ ਹੋਏਗੀ। ਆਪਣੇ ਮਨ ਨੂੰ ਸਮਝਾ ਰਹੇ ਨੇ, ਕਿਸੇ ਨੂੰ ਹੋਰ ਉਪਦੇਸ਼ ਨਹੀਂ ਕਰ ਰਹੇ। ਸਮਝ ਅਚੇਤ ਚੇਤੇ ਮਨ ਮੇਰੇ, ਸਮਝ ਅਚੇਤ ਚੇਤੇ ਮਨ ਮੇਰੇ। ਕਥੀ ਸੰਤਨ ਕਥ ਕਹਾਣੀ, ਕਥੀ ਸੰਤਨ ਆਕਥ ਕਹਾਣੀ। ਕਿਤੇ ਸੂਰਜ ਪ੍ਰਕਾਸ਼ ਦੀ ਕਥਾ ਕਹਾਣੀ ਵੱਲ ਨਾ ਚਲੀ ਜਾਇਓ। ਉਹ ਤੇ ਇੱਕੋ ਦਿਮਾਗ ਚੱਲ ਰਿਹਾ ਵੈ, ਇੱਕੋ ਬੰਦੇ ਨਾਲ ਖਰੇ ਕਿੰਨੇ ਕੋ ਮਾਰ ਸੂ 300 ਸਾਲਾਂ ਦਾ ਸਾਨੂੰ ਬੁੱਧੂ ਬਣਾਇਆ ਕਹਾਣੀਆਂ ਨਾਲ। ਐਨੇ ਸ਼ਬਦ ਆ ਉਹ ਨਹੀਂ। ਕਥੀ ਸੰਤਨ ਆ ਕਥ ਕਹਾਣੀ, ਆ ਸਾਡੀ ਸਤਿਗੁਰ ਦੀ ਬਾਣੀ ਹੈ। ਕਥੀ ਸੰਤਨ ਆ ਕਥ ਕਹਾਣੀ, ਉਹ ਕਹਾਣੀ ਦਾ ਸਾਰੀ ਦਾ ਨਿਚੋੜ ਕੀ ਹੈ? ਜਿੰਨਾ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਲਿਖੀ ਹੈ। ਸੁਣ ਅਕਥ ਕਥਾ, ਸੁਣ ਅਕਥ ਕਥਾ ਹਰ ਨਾਮ। ਸੁਣੇ ਅਕਥ ਕਥਾ ਹਰ ਨਾਮ। ਰੱਬ ਨੂੰ ਕੋਈ ਨਹੀਂ, ਉਸ ਬ੍ਰਹਮ ਮਾਰਗ ਨੂੰ ਕੋਈ ਨਹੀਂ ਕਥ ਸਕਿਆ। ਜੇ ਕਥਿਆ ਹੈ ਤਾਂ ਸਾਡੀ ਬਾਣੀ ਦੇ ਸ਼ਬਦਾਂ ਰਾਹੀਂ ਕਥਿਆ ਗਿਆ ਹੈ। ਇਸ ਕਰਕੇ ਸਮਝ ਅਚੇਤ ਚੇਤੇ ਮਨ ਮੇਰੇ, ਸਮਝ ਅਚੇਤ ਚੇਤੇ ਮਨ ਮੇਰੇ। ਕਥੀ ਸੰਤਨ ਆਕਥ ਕਹਾਣੀ, ਕਥੀ ਸੰਤਨ ਆਕਥ ਕਹਾਣੀ। ਆ ਦੇਖੋ ਹੁਣ ਕੈਨ ਕਲੀਅਰ ਕਰ ਦਿੱਤਾ ਵੀ ਇਹ ਬਾਣੀ ਨਹੀਂ ਹੈ। ਲਾਭ ਲੈ ਹੋ ਹਰ ਹਿਰਦੈ ਆਰਾਧ ਹੋ, ਲਾਭ ਲੈ ਹੋ ਹਰ ਹਿਰਦੈ ਆਰਾਧ ਹੋ, ਹਰ ਹਿਰਦੈ ਆਰਾਧ। ਐਨੀ ਮਿਹਨਤ ਕਰ, ਪਹਿਲਾਂ ਜਪਣਾ ਹੈ, ਫਿਰ ਧਿਆਉਣਾ ਹੈ, ਮਨ 'ਚ ਲੱਗ ਜਾਏ, ਫਿਰ ਹਿਰਦੇ 'ਚ ਉਤਰ ਜਾਂਦਾ ਮੰਤਰ ਗੁਰਮੰਤਰ, ਉਹਦੇ ਤੱਕ ਪਹੁੰਚਣਾ ਹੈ। ਲਾਭ ਲੈ ਹੋ ਹਰ ਹਿਰਦੈ ਆਰਾਧ ਹੋ, ਤਾਂ ਜਾ ਕੇ ਆਉਣਾ ਜਾਣਾ ਜੰਮਣ ਮਰਨਾ ਮੁੱਕਦਾ ਹੈ, ਪਹਿਲਾਂ ਨਹੀਂ। ਲਾਭ ਲੈ ਹੋ ਹਰ ਹਿਰਦੈ ਆਰਾਧ ਹੋ, ਥੇ ਛੁੱਟ ਕੇ ਆਵਣ ਜਾਣੀ। ਇੱਥੇ ਬਾਣੀ ਵੀ ਲਿਖ ਸਕਦੇ ਸੀ। ਉਹ ਬਾਣੀਆਂ ਦੀ ਮਦਦ ਨਾਲ ਛੁੱਟਣਾ ਸੀ, ਗਿਆਨ ਨਾਲ ਛੁੱਟੇਗਾ ਤੇ ਨਾਮ ਜਪ ਕੇ ਛੁੱਟ। ਜਦੋਂ ਬਾਣੀ ਨਹੀਂ ਸੀ ਬਣੀ, ਉਹ ਨਰਕਾਂ ਨੂੰ ਜਾਂਦੇ ਸੀ ਭਗਤ ਬਾਕੀ। ਇੱਕੋ ਨਾਮ ਨਹੀਂ ਛੁੱਟ ਗਏ, ਛੁੱਟ ਕੇ ਆਵਣ ਜਾਣੀ, ਇਹ ਛੁੱਟ ਕੇ ਆਵਣ ਜਾਣੀ।
ਅਨ ਲਾਲਚੇ। ਮਹਾਰਾਜ ਹੁਣ ਦੱਸਣ ਲੱਗੇ ਵੀ ਕਿਹੜਾ ਉਦਮ ਕਰਨਾ ਹੈ, ਕਿਹੜਾ ਤੂੰ ਸ਼ਕਤ ਕਰਨੀ ਹੈ, ਮੁਸ਼ੱਕਤ ਕਾਹਦੇ ਤੇ ਕਰਨੀ ਹੈ, ਸਿਆਣਪ ਕਾਹਦੀ ਕਰਨੀ ਹੈ। ਕਮਾਲ ਦੀ ਤੋਕਾਰ ਨਾਮ ਤੇ ਆਣ ਕੇ ਸੱਟ ਮਾਰਨਗੇ ਵੀ ਤੇਰਾ ਉਦਮ ਵੀ ਸਗਲ ਉਦਮ ਮੇ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸੁਖਮਨੀ ਸਾਹਿਬ ਦਾ ਪਾਠ ਕਰਨ ਦਾ ਉਦਮ ਨਹੀਂ, ਉਹਦੇ 'ਚ ਹੀ ਤੋਕਾ ਹੈ। ਸਗਲ ਉਦਮ ਮੇ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਇਸ ਕਰਕੇ ਉਦਮ ਹੈ, ਸ਼ਕਤ ਹੈ ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ। ਅੱਗੇ ਹੈ ਸਿਆਣਪ, ਸਿਆਣਪ ਕਾਹਦੀ ਕਰਨੀ ਹੈ, ਨਾਮ ਜਪਣ ਤੇ ਵੀ ਤੁਮਰੀ। ਔਰ ਜੇ ਤੂੰ ਮੈਨੂੰ ਸਿਆਣਪ ਵੀ ਦੇਣੀ ਹੈ, ਉਦਮ ਵੀ ਦੇਣਾ, ਮੈਨੂੰ ਮੁਸ਼ੱਕਤ ਵੀ ਕਰਾਉਣੀ ਹੈ, ਅਤੇ ਮੈਨੂੰ ਇਹ ਕਰ ਵੀ ਮੈਂ ਨਾਮ ਨੂੰ ਮੂੰਹ ਨਾ ਵਿਖਾਣ ਦਾ ਰਵਾਂ। ਵਿਖਾਣਾ ਪੰਜਾਬੀ ਦਾ ਲਫ਼ਜ਼ ਹੈ ਵੀ ਮੂੰਹ ਦੇ ਨਾਲ ਮੈਂ ਨਾਮ ਆਖ ਆਖ ਕੇ ਜਪਾਂ। ਤੇ ਉਦਮ ਸਕਤੇ ਇਹ ਸਭ ਤੇਰੀ ਹੈ, ਤੁਮਾਰੀ ਨਹੀਂ ਕਹਿਣਾ। ਹੱਥਾਂ ਤੁਹਾਡੇ ਹੈ, ਪੈਰਾਂ ਮੰਮੇ ਦੇ ਪੈਰ 'ਚ ਛੋਟਾ ਹਲੰਤ ਹੈ, ਹਾ ਉਹ ਵੀ ਬੁਲਾਉਣਾ ਹੈ। ਉਦਮ ਸਕਤੇ ਸਿਆਣਪ ਤੁਮਹਾਰੀ, ਉਦਮ ਸਕਤੇ ਸਿਆਣਪ ਤੁਮਹਾਰੀ। ਬਈ ਤੂੰ ਹੀ ਮੈਨੂੰ ਦੇ ਦੇ ਤਾਂ ਨਾਮ ਵਖਾਣੀ, ਦੇ ਤਾਂ ਨਾਮ ਵਖਾਣੀ। ਐਸ ਭਗਤੀ ਗੱਲ ਮੈਨੂੰ ਲਾ ਸੇ ਭਗਤ। ਭਗਤ ਨਹੀਂ ਅਗਲਾ ਕਹਿਣਾ, ਅਗਲਾ ਭਗਤ ਨਹੀਂ ਹੈ। ਦੇਖੋ ਕੀ ਹੈ, ਭਗਤੇ ਤੱਤੇ ਨੂੰ ਸਿਹਾਰੀ ਹੈ। ਅਸੀਂ ਰਹਿ ਰਸ ਦੇ ਪਾਠ ਸੇ ਭਗਤ ਸੇ ਭਗਤ ਭਲੇ ਜਨ ਨਾਨਕੀ ਜੋ ਭਾਵੇਂ ਮੇਰੇ ਹਰ ਕੋ। ਉਹ ਕਿਤੇ ਭਗਤੇ ਹੈ, ਕਿਤੇ ਭਗਤ ਹੈ। ਜੇ ਭਗਤੇ ਆ ਜਾਏ, ਤੱਤੇ ਨੂੰ ਸਿਹਾਰੀ ਆ ਜਾਏ, ਉਹ ਭਗਤੀ ਹੈ। ਜਿੱਥੇ ਨਿਰਾ ਭਗਤ ਹੋ ਜਾਏ, ਉਹ ਭਗਤੀ ਕਰਨ ਵਾਲਾ ਭਗਤ ਹੈ। ਇੱਥੇ ਦੋਨੋਂ ਲਫ਼ਜ਼ ਆਇਆ, ਭਗਤ ਵੀ ਅਤੇ ਭਗਤੇ ਵੀ। ਆ ਹੈ ਬਾਣੀ ਨੂੰ ਸਮਝ ਕੇ ਪੜ੍ਹਨਾ। ਇਸ ਕਰਕੇ ਸੇ ਭਗਤ ਭਗਤੇ ਸੇ ਲਾਗੇ, ਸੇ ਭਗਤ ਭਗਤੇ ਸੇ ਲਾਗੇ। ਨਾਨਕ ਜੋ ਪ੍ਰਭ ਭਾਣੀ, ਨਾਨਕ ਜੋ ਪ੍ਰਭ ਭਾਣੀ। ਦੋ ਡੰਡੀਆਂ ਦੂਆ 56ਵਾਂ, ਦੋ ਡੰਡੀਆਂ 79ਵਾਂ ਵਾ। ਸਾਨੂੰ ਸਮਝਾਇਆ ਜਾ ਰਿਹਾ ਜੀ। ਹਜ਼ਾਰਾਂ ਸਫ਼ੇ ਭਾਈ ਗੁਰਦਾਸ ਲਿਖੀ ਜਾਂਦਾ ਸੀ ਅਤੇ ਗੁਰੂ ਅਮਰਦਾਸ ਸਾਹਿਬ, ਗੁਰੂ ਅਰਜਨ ਦੇਵ ਜੀ ਲਿਖਾਈ ਜਾਂਦੀ। ਉਹ ਇਕੱਲੀ ਕੋਈ ਥੀਸ, ਕੋਈ ਲੌਜਿਕ ਹੈ। ਅਗਲਿਆਂ ਬੱਚਿਆਂ ਨਾਲ ਨਹੀਂ ਮੰਨਣੇ। ਅਗਲੇ ਜਿਹੜੀ ਗਾਂ ਜਨਰੇਸ਼ਨ ਆ ਰਹੀ ਹੈ, ਇੱਕੋ ਭਾਈ ਗੁਰਦਾਸ ਲਿਖੀ ਜਾਂਦਾ ਸੀ, ਮਹਾਰਾਜ ਲਿਖਾਈ ਜਾਂਦੀ। ਉਹ ਖਰੇ ਕਿੰਨੇ ਕੁ ਗੁਰਸਿੱਖ ਬੈਠਦੇ ਸੀ, ਕਿੰਨੀ ਟੀਮ ਲੱਗਦੀ ਸੀ। ਐਡਾ ਸੁਪਰਵਿਜ਼ਨ ਦਾ ਕੰਮ ਐਡਾ ਵੱਡਾ। ਸਾਨੂੰ ਹੁਣ ਦੁਨੀਆ ਨੂੰ ਅਸੀਂ ਵੰਗਾਰ ਪਾ ਰਹੇ ਹਾਂ। ਇਹ ਲੌਜਿਕ ਨਹੀਂ ਹੈ। ਭਾਈ ਗੁਰਦਾਸ ਦਾ ਤਾਂ ਨਾਂ ਹੀ ਹੈ ਨਹੀਂ ਆਪਣੀ ਉਹਦੀ ਬਾਣੀ 'ਚ। ਦੈਟ ਇਜ਼ ਅਨੋਨਿਮਸ। ਸਾਰੀ ਭਾਈ ਗੁਰਦਾਸ ਦੀ ਬਾਣੀ 'ਚ ਉਹਦਾ ਨਾਂ ਨਹੀਂ ਹੈ ਵੀ ਕਿਹਨ ਲਿਖੀ ਹੈ। ਔਰ ਬਾਕੀ ਉਹ ਸਾਰਾ ਉਹ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਚੜ੍ਹਾਈ। ਸਾਨੂੰ ਕਹਿੰਦੀ ਨਹੀਂ, ਮਹਾਰਾਜ ਨੂੰ ਵਾਰ ਦਿੱਤਾ ਸੀ ਵੀ ਇਹ ਭਾਈ ਗੁਰਦਾਸ ਦੀ ਲਿਖੀ ਚੱਲ। ਉਹ ਕਹਿੰਦੀ ਮੇਰੀ ਵੀ ਬਾਣੀ, ਮੇਰੀ ਬਾਣੀ ਮੇਰੀ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਲਿਆ ਤੇਰੀ ਬਾਣੀ ਵੀ ਚਾੜੀਏ। ਕਹਿੰਦੀ ਨਹੀਂ, ਮੈਂ ਵਿੱਚ ਨਹੀਂ ਤੁਹਾਡੇ ਬਰਾਬਰ ਬਹਿਣਾ ਚਾਹੁੰਦਾ ਅਤੇ ਮੈਂ ਨਹੀਂ। ਗੁਰੂ ਅਰਜਨ ਪਾਤਸ਼ਾਹ ਨਾ ਫਿਰ ਵਰ ਦਿੱਤਾ, ਜਾ ਤੇਰੀ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਏਗੀ। ਉਹਦੀ ਕੁੰਜੀ ਹੈ ਕਿ ਤਾਲਾ ਲਾਤਾ ਬਾਣੀ ਨੂੰ ਸਾਰੀ ਨੂੰ। ਬਾਕੀ ਲੋਕ ਸਮਝਦੇ ਨਹੀਂ। ਉਹ ਭਾਈ ਗੁਰਦਾਸ ਦੀਆਂ ਵਾਰਾਂ ਹੀ ਵੀ ਉਹ। ਮੈਂ ਕਿਹਾ ਗੁਰੂ ਅੰਗਦ ਸਾਹਿਬ ਤੋਂ ਵੱਡਾ, ਗੁਰੂ ਨਾਨਕ ਦਾ ਪਹਿਲਾ ਸਿੱਖ ਔਰ ਜਿਹੜਾ ਗੱਦੀ ਲੈ ਗਿਆ, ਉਹ ਕਹਿੰਦਾ ਗੁਰ ਕੁੰਜੀ ਪਾਹੋ ਨਿਮਲ ਮਨ, ਕੋਠਾ ਤਨ ਛਤ, ਨਾਨਕ ਗੁਰਵੇ ਨਾ ਮਨ ਕਾ ਤਾਕਨੋ। ਜਿਹੜੇ ਆਵਰ ਨਾ ਕੁੰਜੀ ਹੱਥ। ਸਾਨੂੰ ਫਿਰ ਸਾਰੀ ਸਿੱਖੀ ਨੂੰ ਬੁੱਧੂ ਬਣਾਇਆ ਜਾ ਰਿਹਾ ਜੀ। ਉਹ ਤਾਂ ਇਸੇ ਕਰਕੇ ਤੇ ਕੋਈ ਬਾਣੀ ਦੇ ਸ਼ਬਦ ਨਹੀਂ ਕਲੀਅਰ ਹੋ ਰਹੇ। ਕੁੰਜੀ ਹੈ ਗੁਰੂ ਅੰਗਦ ਸਾਹਿਬ ਕਹਿੰਦਾ ਗੁਰ ਦੇ ਰਾਰੇ ਨੂੰ ਔਂਕੜ।
ਉਹ ਗੁਰਮੰਤਰ ਹੀ ਕੁੰਜੀ ਆ ਸਾਡੀ, ਪਰਮੇਸ਼ਰ ਦਾ ਨਾਮ ਹੀ ਕੁੰਜੀ ਆ, ਉਹਦੇ ਨਾਲ ਸਭ ਕੁਝ ਹੋਏਗਾ। ਗੁਰ ਕੁੰਜੀ ਪਾਹੂ ਨਿਵਲ ਮਨ, ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ, ਅਵਰ ਨਾ ਕੁੰਜੀ ਹੱਥ ਬਾਣੀ ਦੀ ਹੈ ਤੁਕ। ਭਾਈ ਗੁਰਦਾਸ ਨੂੰ ਅਸੀਂ ਇੰਨੀਆਂ ਟੇਪਾਂ 'ਚ ਫੇਲ ਕਰ ਰਹੇ ਹਾਂ ਵੀ ਸਿੱਖ ਕੌਮ ਗਾਂ ਕੰਨਾਂ ਨੂੰ ਹੱਥ ਲਾਊਗੀ ਕਿ ਹੇ ਮਹਾਰਾਜ ਅਸੀਂ ਕੀ ਕਰਦੇ ਰਹੇ। ਕਿਉਂਕਿ ਉਹ ਸਾਰੀ ਹੀ ਪੁਜਾਰੀ ਟੋਲੇ ਦੇ ਹੱਕ 'ਚ ਜਾਂਦੀ ਹੈ, ਜਿੰਨੀਆਂ ਵਾਰਾਂ ਹੈ, ਜਿੰਨੀਆਂ ਸਾਰੀਆਂ ਹੈ। ਅਸੀਂ ਪਿਛਲੀ ਟੇਪ 'ਚ ਕਿਹਾ ਸੀ ਵੀ ਉਹਦੀ ਵਾਰ 'ਚ ਲਿਖਿਆ ਵੀ ਗੁਰੂ ਨਾਨਕ ਚਰਨ ਧੋਆ ਕੇ ਚਰਨਾਮਤ ਦਿੰਦਾ ਸੀ। ਚਰਨ ਧੋਏ ਰਹਿ ਰਾਸ ਕਰ ਚਰਨਾਮਤ ਗੁਰਸਿੱਖਾਂ ਪਲਾਇਆ। ਅਸੀਂ ਗੁਰੂ ਅੰਗਦ ਸਾਹਿਬ ਦੇ ਸਲੋਕ ਨਾਲ ਪਿਛਲੀ ਟੇਪ 'ਚ ਕੱਟੀ ਹੈ। ਇਹੋ ਕਹਿੰਦੇ ਦੀਖੇ ਆਖ ਬੁਝਾਇਆ, ਮੇਰੇ ਗੁਰੂ ਨਾਨਕ ਨੇ ਤੇ ਮੈਨੂੰ ਕੰਨ 'ਚ ਮੰਤਰ ਦਿੱਤਾ, ਦੀਖਿਆ ਦੀਖੇ ਆਖ ਬੁਝਾਇਆ, ਸਿਫਤੀ ਸੱਚੇ ਸਮਿਓ ਜਿਨ ਕੋ ਕਿਆ ਉਪਦੇਸੀਏ ਜਿਨ ਗੁਰ ਨਾਨਕ ਦੇਹੋ। ਮੈਨੂੰ ਕੋਈ ਪੈਰ ਧੁਆ ਕੇ ਨਹੀਂ ਪਲਾਏ। ਅਸੀਂ ਹੌਲੀ ਹੌਲੀ ਚੀਜ਼ ਦੇ ਸੰਗਤ ਦੇ ਸਾਹਮਣੇ ਧਿਆਨ ਲਿਆ ਰਹੀਆਂ ਭਈ ਭਾਈ ਗੁਰਦਾਸ ਦੀਆਂ ਵਾਰਾਂ ਦੇ ਗੁਣਾਂ ਦੀ ਸਾਂਝ ਕਰੋ, ਪਰ ਉਹ ਲੈਵਲ ਉਹਦਾ ਹੋਰ ਹੈ। ਬਾਣੀ ਦੇ ਮੁਕਾਬਲੇ 'ਚ ਅਸੀਂ ਤੁਹਾਨੂੰ ਸਾਰੀ ਦੁਨੀਆ ਨੂੰ ਇਹ ਖੁਸ਼ਖਬਰੀ ਸੁਣਾ ਰਹੇ ਹਾਂ, ਅਖਬਾਰਾਂ 'ਚ ਵੀ ਕਰ ਦਿੱਤੀ ਕਿ 5 ਸਿੰਘ ਸਾਹਿਬਾਨ ਨੇ ਅੰਮ੍ਰਿਤਸਰ ਅਕਾਲ ਤਖਤ ਐਲਾਨ ਕਰ ਦਿੱਤਾ ਔਰ ਸਾਰੀਆਂ ਕਾਪੀਆਂ ਭੇਜੀਆਂ ਵੀ ਸਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਕਰੇਗਾ ਔਰ ਕਿਸੇ ਨੂੰ ਕੋਈ ਹੱਕ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਲਾਈਨ ਤੋਂ ਬਾਅਦ ਕੋਈ ਪ੍ਰਚਾਰ ਕਰ ਜਾਏ ਜਾਂ ਪ੍ਰਸਾਰ ਕਰੇ। ਕੌਮ ਆ ਰਹੀ ਹੈ ਇਸ ਬੰਨੇ, ਕਿਉਂਕਿ ਸਾਨੂੰ ਬਹੁਤ ਘੱਟ ਹੈ। ਅਸੀਂ ਜੋ ਭਾਈ ਗੁਰਦਾਸ ਦੀਆਂ ਵਾਰਾਂ 'ਚ ਸਾਰਾ ਅਸੀਂ ਹੌਲੀ ਹੌਲੀ ਨੰਗੀਆਂ ਕਰਦੇ ਆ ਰਹੇ ਹਾਂ, ਉਹਦਾ ਲੈਵਲ ਹੋ ਰਿਹਾ। ਇੰਨੀ ਜਿਹੜੀ ਚੀਜ਼ਾਂ ਲਿਖੀਆਂ ਅਸੀਂ ਉਹਦੀ ਸਾਂਝ ਗੁਣਾਂ ਦੀ ਕਰਨੀ, ਕਿਉਂਕਿ ਬਾਬੇ ਨਾਨਕ ਦਾ ਹੁਕਮ ਹੈ ਸਾਂਝ ਕਰੀਜੇ ਗੁਣਾਂ ਕੇਰੀ ਛਾੜੇ ਅਵਗਣ ਚੱਲੀਏ। ਚੰਗੀ ਚੀਜ਼ ਸਾਰੀ ਦੁਨੀਆ ਦੇ ਚੰਗੀ ਗੁਣਾਂ ਦੀ ਇਹ ਸਾਂਝ ਕਰਨੀ ਹੈ। ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਾਈਨ ਹੈ ਉਹਨੂੰ ਅਸੀਂ ਕਲੀਅਰ ਕਰਨਾ ਹੈ। ਇਸੇ ਲਾਈਨ 'ਤੇ ਧੋਖਾ ਖਾ ਕੇ ਸਾਰੀ ਬਾਣੀਆਂ ਲੱਗੀ ਹੈ, ਪਰ ਰਹਾਉ ਦੀ ਤੁਕ ਹੋਰ ਥਾਂ ਲੱਗੀ। ਰਹਾਉ ਦਾ ਵਿਸਰਾਮ ਦੇਖੋ ਕਿੱਥੇ ਹੈ, ਵਿਸਰਾਮ ਹੈ ਨਾਮ ਵਿਸਾਰੇ ਲੱਗੇ ਅਨ ਲਾਲਚੇ, ਨਾਮ ਵਿਸਾਰੇ ਲੱਗੇ ਅਨ ਲਾਲਚੇ, ਨਾਮ ਵਿਸਾਰੇ ਲੱਗੇ ਅਨ ਲਾਲਚੇ, ਬਿਰਥਾ ਬਿਰਥਾ ਜਨਮ ਪ੍ਰਾਣੀ। ਹੁਣ ਸ਼ਬਦ ਅਸੀਂ ਪੂਰਾ ਗਾ ਚੁੱਕੇ ਹਾਂ। ਜਨਮ ਬਿਰਥਾ ਕਾਹਦੇ ਨੇ ਜਾਂਦਾ ਹੈ? ਅਸੀਂ ਛੱਕਾ ਦੇਣ ਲੱਗੇ ਹਾਂ ਗੁਰੂ ਰਾਮਦਾਸ ਸਾਹਿਬ ਦਾ ਥੋੜ੍ਹੇ ਜਿਹੇ ਮਿੰਟ। ਅਸੀਂ ਬਿਰਥਾ ਜਨਮ ਕਿਹਨਾਂ ਦਾ ਜਾਂਦਾ ਹੈ? ਜਿਨ ਐਸਾ ਹਰ ਨਾਮ ਨਾ ਚੇਤਿਓ, ਨਾ ਚੇਤਿਓ, ਸੇ ਕਾਹੀ ਜਗ ਆਏ ਰਾਮ ਰਾਜੇ। ਜਿਨ ਐਸਾ ਹਰ ਨਾਮ ਨਾ ਚੇਤਿਓ, ਤਾਂ ਲਿਖਿਆ ਸਮਝ ਅਚੇਤ ਚੇਤ ਮਨ ਮੇਰੇ। ਜਿਨ ਐਸਾ ਹਰ ਨਾਮ ਨਾ ਚੇਤਿਓ, ਨਾ ਚੇਤਿਓ, ਸੇ ਕਾਹੇ ਜਗ ਜਗੇ ਰਾਮ ਰਾਜੇ। ਇਹ ਮਾਨਸ ਜਨਮ ਗੁਲਾਮ ਹੈ। ਯਾਦ ਰੱਖਿਓ, ਬਾਣੀ ਲਿਖਿਆ ਕਿ ਨਾਮ ਲਿਖਿਆ ਅੱਗੇ? ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ, ਨਾਮ ਬਿਨਾ ਬਿਰਥਾ ਸਭ ਜਾਏ। ਕੌਣ 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 ਪਰਵਾਹ ਕਰਦਾ ਹੈ? ਉਹ ਤੇ ਕਹਿੰਦੇ ਜੀ ਨਹੀਂ ਸਾਨੂੰ ਕਿਹਾ, ਉਹ ਇਹਨਾਂ ਨੇ ਕਹਿੰਦੇ ਸਾਨੂੰ ਕਿਹਾ ਆਇਆ ਸਨਨ ਪੜਨ ਕੋ ਬਾਣੀ, ਆਇਆ ਸਨਨ ਪੜਨ ਕੋ ਬਾਣੀ। ਹੋਰ ਚੌਂਕੀਆਂ ਵਾਲੇ ਲੱਗੇ ਸੰਤ ਸਾਹਿਬ ਸਾਰੇ ਕਹੀ ਜਾਂਦੇ ਆ ਦੇਖਿਆ ਜੀ ਸੰਗਤ ਜੀ ਬੋਲੋ, 3 ਬੰਨੇ ਬੋਲਿਆ ਕਰੋ। ਆਇਓ ਸੁਨਨ ਪੜਨ ਕੋ ਬਾਣੀ, ਆਇਓ ਸੁਨਨ ਪੜਨ ਕੋ ਬਾਣੀ, ਸੁਨਨ ਪੜਨ ਕੋ ਬਾਣੀ, ਆਇਓ ਸੁਨਨ ਪੜਨ ਕੋ
ਅਗਲਾ ਅਗਲੀ ਤੁਕ ਤੁਹਾਡਾ ਚਾਚਾ ਕਮਾਏਗਾ। ਨਾਮ ਵਿਸਾਰ ਲਗੇ ਅਨ ਲਾਲ, ਨਾਮ ਵਿਸਾਰ ਲਗੇ ਅਨ ਲਾਲ, ਇਹ ਬੇਰਥਾ ਜਨਮ ਪ੍ਰਾਣੀ, ਬੇਰਥਾ ਜਨਮ ਪ੍ਰਾਣੀ। ਅਸੀਂ ਇਹ ਜਿਹੜੀ ਲੜੀ ਛੋਈ ਹੈ ਹਾਈਲਾਈਟ ਤਦੇ ਮੋਟੇ ਅੱਖਰਾਂ 'ਚ ਲਿਖਿਆ, ਆਇਓ ਸੁਣਨ ਪੜ੍ਹਨ ਕੋ ਬਾਣੀ, ਅਗਲੀ ਨਹੀਂ ਕਹੇ, ਕਿਉਂਕਿ ਇੱਕ ਸਿਰ ਨਹੀਂ ਹੈ ਸਾਡਾ, ਮੈਸੇਜ ਨਹੀਂ ਕਲੀਅਰ ਦੁਨੀਆ ਤੱਕ ਜਾ ਰਿਹਾ, ਕਿਉਂਕਿ ਕੋਈ ਕਹਿ ਨਹੀਂ ਸਕਦਾ। ਜਿਹੜੇ ਕੰਮੇ ਲੱਗੇ ਹੈ ਉਹ ਸਾਰਿਆਂ, ਕੋਈ ਕੀਰਤਨ ਕਰਨ ਵਾਲਾ ਕਿਸੇ ਨੂੰ ਕਹਿ ਸਕਦੇ ਜੀ ਕੀਰਤਨ ਨਹੀਂ ਕਰਨਾ। ਅਸੀਂ ਠੋਕ ਕੇ ਕਹਿੰਦੇ ਵੀ ਸਾਰੇ ਕੀਰਤਨਾਂ ਦੇ ਨੰਨੇ ਨੂੰ ਔਂਕੜ ਹੈ। ਦਿਨ ਰਹਿਣ ਕੀਰਤਨ ਗਾਈਏ ਬਹੁੜਨਾ, ਆਹੀ ਤੇ 50 ਸਾਲ ਗਾਇਆ ਲਗਾਤਾਰ ਔਰ ਸ਼ੁੱਧ ਹਿਰਦੇ ਨਾਲ ਗਾਇਆ। ਉਹ ਕਿਸੇ ਨੂੰ ਕੱਖ ਕੀਰਤਨ ਹੈ ਨੰਨੇ ਨੂੰ ਔਂਕੜ ਹੋਏਗਾ। ਅੰਦਰਲਾ ਸੱਚਾ ਇਹ ਸ਼ਬਦ ਰੂਪੀ ਜਿਹੜਾ ਚੱਲ ਪੈਂਦਾ ਅੰਦਰ ਨਾਮ, ਇਸ਼ਨਾਨ ਹੈ ਅੰਦਰ, ਨੰਨੇ ਨੂੰ ਔਂਕੜ ਹੋਣਗੇ ਸਾਰਿਆਂ ਨੂੰ, ਦਾਨ ਨੂੰ ਔਂਕੜ ਹੋਊਗਾ। ਇਸ ਕਰਕੇ ਜਿਹੜਾ ਸਾਨੂੰ ਇਹ ਕਸੂਰ ਕਿਸੇ ਦਾ ਨਹੀਂ, ਅਸੀਂ ਤਦ ਹੀ ਕਹਿੰਦੇ ਕਿਸੇ ਨੂੰ ਟੋਕਿਓ ਨਾ ਗਿਆਨ ਸੁਣ ਕੇ ਫਟਾਫਟ ਨਾ, ਕਿਉਂਕਿ ਜਿਹੜੇ ਕਰਵਾ ਰਹੇ ਉਹਨਾਂ ਨੂੰ ਨਹੀਂ ਪਤਾ। ਹੌਲੀ ਹੌਲੀ ਸਾਰੇ ਰਾਹ 'ਤੇ ਆ ਰਹੇ ਨੇ। ਬੜੇ ਬੜੇ ਜਿਹੜੇ ਟੋਲੇ ਸੀ ਜਿਹੜੇ ਕਿ ਸਤਿਗੁਰੂ ਨੂੰ ਦੇਹ 'ਚ ਮੰਨਦੇ ਸੀ, ਉਹ ਸਾਰੇ ਢਹਿ ਪਏ ਨੇ। ਬੜੀ ਖੁਸ਼ੀ ਦੀ ਗੱਲ ਹੈ, ਸਾਰੇ ਰਲ ਰਹੇ ਨੇ। ਲੇਕਿਨ ਸ਼ਬਦ ਦੀ ਜਿਹੜੀ ਸੱਚਾਈ ਹੈ ਉਹ ਇਹੋ ਹੀ ਹੈ ਵੀ ਜਿੰਨੀ ਐਸਾ ਕਰਨਾ ਨਾ ਚੇਤਿਓ, ਸੇ ਕਾਹੀ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਰਥਾ ਸਭ ਜਾਏ। ਅਸੀਂ ਆਜ ਤੱਕ ਸਾਰੀ ਉਮਰ ਨਾ ਸਮਝ ਸਕੇ, ਹੁਣ ਠੋਕਰ ਵੱਜਦੀ ਹੈ। ਗੋਬਿੰਦ ਕੀ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾ ਇੱਕ ਵੈਲੋ ਸਾਧੋ, ਗੋਬਿੰਦ ਕੇ ਗੁਣ ਗਾਵੋ। ਕਿਹੜਾ ਬੰਦਾ ਫਿਰ ਜਿਹੜਾ ਬਿਰਥਾ ਗਵਾਊਗਾ? ਕਹਿੰਦੀ ਲਿਖਿਆ ਗੁਰੂ ਤੇਗ ਬਹਾਦਰ ਗੋਬਿੰਦ, ਉਹ ਰਿਲੇਟਿਵ ਗਿਆਨ ਹੈ, ਬਾਕੀ ਕੰਮਾਂ ਨਹੀਂ ਲਿਖਿਆ, ਸਾਡੇ ਨਹੀਂ ਲਿਖਿਆ। ਜਿਨੀ ਐਸਾ ਹਰ ਨਾਮ ਨਾ ਸੇ ਕਾਹੀ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਉਹ ਨਾਮ ਵਿਸਾਰੇ ਲੱਗੇ ਅਨ ਲਾਲਚੇ, ਨਾਮ ਵਿਸਾਰੇ ਲੱਗੇ ਅਨ ਲਾਲਚੇ, ਹੇ ਬਿਰਥਾ ਜਨਮ ਪ੍ਰਾਣੀ, ਬਿਰਥਾ ਜਨਮ ਪ੍ਰਾਣੀ। ਗੁਰੂ ਨਾਨਕ ਪਾਤਸ਼ਾਹ ਕਹਿੰਦਾ ਮੈਂ ਤੇ ਲੱਗਾ ਹੀ ਰਹਿਣਾ। ਹੁਣ ਉੱਥੇ ਉਹਨਾਂ ਦੇ ਆਪਣੇ ਸ਼ਬਦ ਆ, ਵਿਧੀ ਦੱਸਣਗੇ ਨਾਮ ਜਪਣ ਦੀ। ਉਹ ਮੈਂ ਕੀ ਸਾਰੀ ਉਮਰ ਸਾਰਾ ਦਿਨ 24 ਘੰਟੇ ਮੈਂ ਕੀ ਕੰਮ ਕਰਦਾ, ਉਹ ਲਿਖਦੇ ਨੇ। ਇੱਕ ਆਖੇ ਆਖੈ ਸ਼ਬਦ ਭਾਖੈ, ਇੱਕ ਆਖੇ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ ਰਾਤੇ, ਇੱਕ ਆਖੇ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ ਰਾਤੇ।
ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਸਦਾ ਸੁਖੀ, ਸਦਾ ਸੁਖੀ, ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।